ਕੱਲ੍ਹ ਨੂੰ ਭਾਰਤ ਬੰਦ ਹੈ, ਕੀ ਖੁੱਲ੍ਹਾ ਤੇ ਕੀ ਬੰਦ ਰਹੂਗਾ। ਅੱਜ ਇਕਜੁੱਟਤਾ ਮਾਰਚ ਕੱਢਿਆ ਗਿਆ ਹੈ। ਹਰਦੀਪ ਸਿੰਘ ਡਿਬਡਬਾ ਦੀ ਅਗਵਾਈ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਦੇ ਵੱਲੋਂ ਭਾਰਤ ਨੇ ਕਰੋਨਾ ਦਾ ਟੀਕਾ ਵਿਦੇਸ਼ਾਂ ਨੂੰ ਦੇਣਾ ਬੰਦ ਕਿਉਂ ਕਰ ਦਿੱਤਾ ਹੈ। ਕੈਪਟਨ ਨੇ ਮੋਦੀ ਨੂੰ ਤਿੱਖੇ ਸ਼ਬਦਾਂ ਦੇ ਵਿੱਚ ਕੀ ਸੁਨੇਹਾ ਭੇਜਿਆ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੋਦੀ ਨੂੰ ਚਿੱਠੀ ਲਿਖ ਕੇ ਕੀ ਤਾੜਨਾ ਕੀਤੀ ਹੈ ਤੇ ਮੋਦੀ ਸਰਕਾਰ ਨੇ ਕੇਜਰੀਵਾਲ ਸਰਕਾਰ ਦੀਆਂ ਤਾਕਤਾਂ ਖਤਮ ਕਰ ਦਿੱਤੀਆਂ ਨੇ। ਹੁਣ ਅੱਗੇ ਕੀ ਹੋਵੇਗਾ। ਬਠਿੰਡੇ ਨੂੰ ਜਾਂਦੇ ਫੌਜੀਆਂ ਦੀ ਜਿਪਸੀ ਨੂੰ ਅੱਗ ਲੱਗ ਗਈ ਹੈ। 3 ਜਵਾਨ ਜ਼ਿੰਦਾ ਸੜ ਗਏ ਨੇ ਤੇ 5 ਜ਼ਖਮੀ ਹੋ ਗਏ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਹੈ ਮੁਲਜ਼ਮ ਤੇ ਦਾਗੀ ਪੁਲਿਸ ਅਧਿਕਾਰੀਆਂ ਦੇ ਨਾਲ ਜੁੜੀ ਹੋਈ। ਇਸ ਵਿਸ਼ੇ ਤੇ ਅਸੀਂ ਰਿਪੋਰਟ ਕਰਾਂਗੇ ਜਲਦ ਹੀ ਦਾ ਖਾਲਸ ਟੀਵੀ ਦੇ ਉੱਤੇ ਕਿ ਸਰਕਾਰ ਹੈ ਜਿਹੜੀ ਉਹ ਅਪਰਾਧੀ ਅਧਿਕਾਰੀਆਂ ਨੂੰ ਕਿਵੇਂ ਬਚਾਉਂਦੀ ਹੈ, ਕਿਵੇਂ ਉਹਨਾਂ ਨੂੰ ਛਤਰ ਛਾਇਆ ਦੇ ਹੇਠ ਰੱਖਦੀ ਹੈ। ਪੰਜਾਬ ਸਰਕਾਰ ਨੇ ਹਾਲਾਂਕਿ ਵੱਡੀ ਕਾਰਵਾਈ ਕੀਤੀ ਹੈ। ਵਿਵਾਦਿਤ ਪੁਲਿਸ ਅਧਿਕਾਰੀ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਪਹਿਲਾਂ ਤੋਂ ਹੀ ਬਹਿਬਲ ਕਲਾਂ ਗੋਲੀकांड ਦੇ ਵਿੱਚ ਸਸਪੈਂਡ ਹੋ ਚੁੱਕੇ ਨੇ, ਉਹਨਾਂ ਨੂੰ ਮੁੜ ਤੋਂ ਨਸ਼ਿਆਂ ਦੇ ਕੇਸ ਦੇ ਵਿੱਚ ਸਸਪੈਂਡ ਕੀਤਾ ਗਿਆ। ਪਰਮਰਾਜ ਸਿੰਘ ਉਮਰਾ ਨੰਗਲ, ਐਸਪੀ ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦਾ ਐਸਪੀ ਡੀ ਸੇਵਾ ਸਿੰਘ ਮੱਲੀ, ਪਰਮਿੰਦਰ ਸਿੰਘ ਬਾਠ ਡੀਐਸਪੀ ਅਤੇ ਕਰਨ ਸ਼ੇਰ ਸਿੰਘ ਡੀਐਸਪੀ ਫਤਿਹਗੜ੍ਹ ਸਾਹਿਬ, ਇਹਨਾਂ ਸਭ ਨੂੰ ਮੁਅੱਤਲ ਕਰ ਦਿੱਤਾ ਗਿਆ। ਸੂਬੇ ਦੇ ਡੀਜੀਪੀ ਦਫ਼ਤਰ ਦੇ ਵੱਲੋਂ ਭੇਜੀ ਗਈ ਜਿਹੜੀ ਸਿਫਾਰਿਸ਼ ਸੀ ਉਸ ਦੇ ਅਧਿਕਾਰ ਤੇ ਗ੍ਰਹਿ ਵਿਭਾਗ ਨੇ ਇਹਨਾਂ ਪੁਲਿਸ ਅਫਸਰਾਂ ਦੀ ਮੁਅੱਤਲੀ ਦੇ ਹੁਕਮ ਦਿੱਤੇ ਨੇ। ਪੁਲਿਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਮੁਅੱਤਲ ਕੀਤੇ ਪੁਲਿਸ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਦੇ ਤੱਥ ਐਸਟੀਐਫ ਦੇ ਵੱਲੋਂ ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤੇ ਖੰਨਾ ਜ਼ਿਲ੍ਹੇ ਦੇ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਮਾਮਲੇ 'ਚ ਸਾਹਮਣੇ ਆਈ ਹੈ। ਐਸਟੀਐਫ ਨੇ ਗੁਰਦੀਪ ਸਿੰਘ ਦੀ ਤਫਤੀਸ਼ ਦੇ ਆਧਾਰ ਤੇ ਸਰਕਾਰ ਤੇ ਡੀਜੀਪੀ ਦਫ਼ਤਰ ਨੂੰ ਜੋ ਰਿਪੋਰਟ ਭੇਜੀ ਸੀ, ਉਸ ਰਿਪੋਰਟ ਦੇ ਵਿੱਚ ਇਹਨਾਂ ਪੁਲਿਸ ਅਫਸਰਾਂ ਦੇ ਗੁਰਦੀਪ ਨਾਲ ਨੇੜਲੇ ਸੰਬੰਧਾਂ ਦਾ ਜ਼ਿਕਰ ਕੀਤਾ ਗਿਆ ਤੇ ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਕੇਸ ਦੇ ਵਿੱਚ ਕਿਸੇ ਵਿਅਕਤੀ ਦੇ ਨਾਲ ਸੰਬੰਧ ਰੱਖਣ ਦੇ ਦੋਸ਼ ਤਹਿਤ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਇੰਨੀ ਵੱਡੀ ਕਾਰਵਾਈ ਕੀਤੀ ਹੈ ਕਿ ਆਈਜੀ, ਐਸਪੀ ਤੇ ਡੀਐਸਪੀ ਰੈਂਕ ਦੇ ਪੁਲਿਸ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਸਸਪੈਂਡ ਤਾਂ ਕਰ ਦਿੱਤਾ ਹੈ, ਉਮਰਾ ਨੰਗਲ ਵੀ 2019 ਦੇ ਵਿੱਚ ਉਸਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ। ਉਸ ਤੋਂ ਬਾਅਦ ਜ਼ਮਾਨਤ ਮਿਲ ਜਾਂਦੀ ਹੈ। ਆਖਿਰਕਾਰ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਕਦੋਂ ਹੋਏਗੀ, ਵੱਡਾ ਸਵਾਲ ਇਹ ਉੱਠਦਾ ਹੈ। ਸੋ ਅਸੀਂ ਇਹ ਤੇ ਜਲਦੀ ਰਿਪੋਰਟ ਦੇਵਾਂਗੇ। ਖਾਸ ਕਰਕੇ ਪਰਮਰਾਜ ਸਿੰਘ ਉਮਰਾ ਨੰਗਲ ਦਾ ਜ਼ਿਕਰ ਕਰਾਂਗੇ ਕਿ ਉਮਰਾ ਨੰਗਲ ਅੱਜ ਤੱਕ ਕਿਹੜੇ-ਕਿਹੜੇ ਅਪਰਾਧਾਂ ਦੇ ਵਿੱਚ ਫਸਿਆ ਹੋਇਆ, ਕਿਹੜੇ-ਕਿਹੜੇ ਅਪਰਾਧ ਉਹਦੇ ਖਿਲਾਫ ਸਾਬਿਤ ਹੋ ਚੁੱਕੇ ਨੇ, ਪਰ ਹਾਲੇ ਵੀ ਬਾਹਰ ਹੈ, ਜੇਲ੍ਹ ਦੇ ਵਿੱਚ ਨਹੀਂ ਹੈ, ਸਲਾਖਾਂ ਦੇ ਪਿੱਛੇ ਨਹੀਂ ਹੈ। ਆਖਿਰਕਾਰ ਕੀ ਕਾਰਨ ਹੈ, ਕਿਵੇਂ ਬਚ ਜਾਂਦੇ ਨੇ, ਅਦਾਲਤਾਂ ਦੇ ਵਿੱਚੋਂ ਕਿਵੇਂ ਅਜਿਹੇ ਅਪਰਾਧੀਆਂ ਨੂੰ ਜ਼ਮਾਨਤਾਂ ਮਿਲ ਜਾਂਦੀਆਂ ਨੇ। ਦੂਸਰੀ ਵੱਡੀ ਖਬਰ ਹੈ ਕਿ ਇਕਜੁੱਟਤਾ ਮਾਰਚ ਕੱਢਿਆ ਗਿਆ ਹੈ। ਕਿਸਾਨੀ ਸੰਘਰਸ਼ ਦਾ ਪਹਿਲਾ ਨੌਜਵਾਨ ਸ਼ਹੀਦ ਜਿਹੜਾ ਪੁਲਿਸ ਦੀ ਗੋਲੀ ਦੇ ਨਾਲ ਮਰਿਆ। ਸ਼ਹੀਦ ਨੌਜਵਾਨ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਿਬਡਬਾ ਦੀ ਅਗਵਾਈ ਦੇ ਵਿੱਚ ਇਕਜੁੱਟਤਾ ਮਾਰਚ ਕੱਢਿਆ ਗਿਆ ਮੋਗੇ ਤੋਂ ਸ਼ੰਭੂ ਬਾਰਡਰ ਤੱਕ। ਤੇ ਇਸ ਇਕਜੁੱਟਤਾ ਮਾਰਚ ਦੇ ਵਿੱਚ ਭਾਈ ਹਰਦੀਪ ਸਿੰਘ ਡਿਬਡਬਾ ਖੁਦ ਪਹੁੰਚੇ ਹੋਏ ਸੀ। ਪੰਜਾਬੀ ਗਾਇਕ ਕੰਵਰ ਗਰੇਵਾਲ, ਭਾਈ ਮਨਧੀਰ ਸਿੰਘ, ਜੋਗਾ ਸਿੰਘ ਚੱਪੜ ਤੇ ਜਿਹੜਾ ਹਰਿਆਣੇ ਦਾ ਨੌਜਵਾਨ ਨਵਦੀਪ ਸਿੰਘ, ਇਹ ਸਾਰੇ ਪਹੁੰਚੇ ਹੋਏ ਸੀ। ਯਾਨੀ ਕਿ ਸਾਰੀਆਂ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸੀ, ਪਰ ਕੋਈ ਵੱਡਾ ਕਿਸਾਨ ਲੀਡਰ ਇਸ ਇਕਜੁੱਟਤਾ ਮਾਰਚ ਦੇ ਵਿੱਚ ਨਹੀਂ ਪਹੁੰਚਿਆ, ਜਦ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਗਿਆ ਇਕਜੁੱਟਤਾ ਮਾਰਚ ਹੈ। ਮੋਗਾ ਤੋਂ ਸ਼ੁਰੂ ਹੋਇਆ। ਮੋਗਾ ਤੋਂ ਮੁੱਲਾਂਪੁਰ, ਲੁਧਿਆਣਾ, ਦੁਰਾਹਾ, ਖੰਨਾ, ਗੋਬਿੰਦਗੜ੍ਹ, ਸਰਹੰਦ, ਰਾਜਪੁਰਾ ਤੋਂ ਹੁੰਦਾ ਹੋਇਆ ਸ਼ੰਭੂ ਬਾਰਡਰ ਤੇ ਇਸਨੇ ਪਹਿਲਾ ਪੜਾਅ ਕੀਤਾ ਤੇ ਇਹਦੇ ਵਿੱਚ ਸ਼ਾਮਿਲ ਲੋਕ ਨੇ ਜਿਹੜੇ ਉੱਥੇ ਸਟੇਜ ਲੱਗੀ ਹੋਈ ਸੀ ਤੇ ਉੱਥੇ ਪਹੁੰਚੇ ਹੋਏ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਸੀ ਤੇ ਉਹਨਾਂ ਨੂੰ ਸੰਬੋਧਨ ਕੀਤਾ। ਉਸ ਤੋਂ ਬਾਅਦ ਹਰਿਆਣਾ ਵੱਲ ਨੂੰ ਇਹ ਮਾਰਚ ਚਲਾ ਗਿਆ। ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਉਸ ਤੋਂ ਬਾਅਦ ਇਹ ਕੁੰਡਲੀ ਸਿੰਘੂ ਬਾਰਡਰ ਪਹੁੰਚ ਕੇ ਸਮਾਪਤ ਹੋਵੇਗਾ। ਇੱਥੇ ਪਹੁੰਚੇ ਜਿਹੜੇ ਬੁਲਾਰੇ ਨੇ ਉਹਨਾਂ ਨੇ ਕੀ ਕੁਝ ਕਿਹਾ ਹੈ। ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਸਲਾਮ ਕੀਤਾ। ਉਹਨਾਂ ਨੇ ਕਿਹਾ ਕਿ ਨੌਜਵਾਨ ਨਵਰੀਤ ਸਿੰਘ ਕਿਸਾਨੀ ਮੋਰਚੇ ਦਾ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਇਆ ਪਹਿਲਾ ਸ਼ਹੀਦ ਹੈ। ਹਾਲਾਂਕਿ ਹੁਣ ਤੱਕ 300 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਇਸ ਮੋਰਚੇ ਦੇ ਵਿੱਚ, ਕੁਦਰਤੀ ਤੌਰ ਤੇ ਜਾਂ ਫਿਰ ਖੁਦਕੁਸ਼ੀਆਂ ਕਰਕੇ ਜਾਂ ਬਿਮਾਰੀਆਂ ਦੇ ਨਾਲ, ਪਰ ਪੁਲਿਸ ਦੇ ਜ਼ਬਰ ਦਾ ਸ਼ਿਕਾਰ ਹੋਣ ਵਾਲਾ ਇਹ ਪਹਿਲਾ ਨੌਜਵਾਨ ਸ਼ਹੀਦ ਹੈ। ਉਸ ਦੀ ਸ਼ਹੀਦੀ ਨੂੰ ਸਲਾਮ ਕੀਤਾ ਗਿਆ ਤੇ ਅਹਿਦ ਲਿਆ ਗਿਆ ਕਿ ਜਦੋਂ ਤੱਕ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਉਦੋਂ ਤੱਕ ਨੌਜਵਾਨ ਨੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਉਹ ਵਾਪਸ ਨਹੀਂ ਮੁੜਨਗੇ। ਜਿਹੜਾ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਿਹੜਾ ਨਾ ਬਹੁਤ ਸਾਰੀਆਂ ਜਿਹੜੀਆਂ ਹਾਲਾਤ ਸੀ ਉਹ ਜਿਹੜੇ ਸੀ ਉਹ ਨੈਗੇਟਿਵਿਟੀ ਵੱਲ ਵੱਧ ਗਏ ਸੀਗੇ। ਨੌਜਵਾਨਾਂ ਦੇ ਬਹੁਤ ਸਾਰੇ ਗਿਲੇ ਸੀ ਲੀਡਰਸ਼ਿਪ ਦੇ ਖਿਲਾਫ ਔਰ ਉਹ ਇਸ ਕਰਕੇ ਨਾਰਾਜ਼ਗੀ ਔਰ ਨਿਰਾਸ਼ਾ ਸੀ ਜਿਹੜੀ। ਮੈਨੂੰ ਲੱਗਦਾ ਕਿ ਅਸੀਂ ਬਹੁਤ ਕੁਝ ਹਾਸਲ ਕਰ ਲਵਾਂਗੇ ਇਸ ਮਾਰਚ ਦੇ ਵਿੱਚ,
ਕਿਉਂਕਿ ਅਜੇ ਹਲੇ ਸਾਡਾ ਸਫ਼ਰ ਮੁੱਕਿਆ ਨਹੀਂ, ਲੰਬਾ ਹੈ। ਸਾਨੂੰ ਪਤਾ ਹੈ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਅਸੀਂ ਇਮਾਨਦਾਰੀ ਨਾਲ ਕਰਾਂਗੇ, ਉਹਨੂੰ ਬੂਰ ਪਏਗਾ। ਕਿਉਂਕਿ ਅਸੀਂ ਕੋਈ ਸਾਡਾ ਸਵਾਰਥ ਨਹੀਂ ਹੈਗਾ। ਸਾਡਾ ਸਵਾਰਥ ਸਿਰਫ ਇੰਨਾ ਹੈ ਕਿ ਅਸੀਂ ਇਸ ਸੰਘਰਸ਼ ਨੂੰ ਜਿੱਤਣਾ ਚਾਹੁੰਦੇ, ਕਿਉਂਕਿ ਇਸ ਦੇ ਵਿੱਚ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ, 300 ਤੋਂ ਵੱਧ ਸ਼ਹਾਦਤਾਂ ਜਾਨਾਂ ਗਈਆਂ ਨੇ, ਤੇ 4 ਮਹੀਨੇ ਬਹਿ ਕੇ ਕਿੱਥੇ ਤਪ ਕੀਤਾ ਹੈ ਲੋਕਾਂ ਨੇ, ਜਿਨ੍ਹਾਂ ਹਾਲਾਤਾਂ ਵਿੱਚ ਹੋ ਰਹੇ ਨੇ। ਸਾਡੇ ਬਹੁਤ ਵੱਡੇ ਐਫਰਟਸ ਲੱਗੇ ਨੇ। ਅਸੀਂ ਉਹ ਮਾਣ ਕਿਵੇਂ ਬਚਾਉਣਾ ਹੈ, ਲੋਕਾਂ ਦੇ ਵਿੱਚ ਸਾਡੀ ਜਿਹੜੀ ਸਾਖ ਬਣੀ ਹੈ ਉਸ ਨੂੰ ਕਿਵੇਂ ਬਚਾਉਣਾ ਹੈ, ਇਹ ਸਾਡੀਆਂ ਜ਼ਿੰਮੇਵਾਰੀਆਂ ਵਧੀਆਂ ਨੇ। ਇਸ ਲਈ ਸਾਨੂੰ ਜ਼ਿਆਦਾ ਜੀ ਜਾਨ ਨਾਲ ਇਸ ਸੰਘਰਸ਼ ਵਿੱਚ ਲੱਗਣਾ ਪੈਣਾ। ਸਾਡੇ ਘਰ 'ਚੋਂ ਘਟਨਾ ਵਾਪਰੀ ਹੁੰਦੀ ਹੈ ਨਾ, ਔਰ ਉਸ ਤੋਂ ਬਾਅਦ ਅਸੀਂ ਜਾਣੀ ਮਹਾਰਾਜ ਦਾ ਓਟ ਆਸਰਾ ਲੈ ਕੇ ਚੜ੍ਹਦੀ ਕਲਾ ਦਾ ਪ੍ਰਤੀਕ, ਇਹ ਆ ਚੜ੍ਹਦੀ ਕਲਾ ਦਾ ਪ੍ਰਤੀਕ। ਅਸੀਂ ਬੋਲਦੇ ਹਰ ਰੋਜ਼ ਹੈ, ਸਾਨੂੰ ਕੋਈ ਆਮ ਸੁਭਾਵਕ ਵੀ ਜ਼ਿੰਦਗੀ 'ਚ ਪੁੱਛ ਲੈਂਦਾ ਵੀ ਕਿਵੇਂ ਆ ਬਾਈ, ਅਸੀਂ ਕਈ ਵਾਰੀ ਅੰਦਰੋਂ ਟੁੱਟੇ ਹੋਏ ਹੁੰਦੇ ਪਰ ਫਿਰ ਵੀ ਕਹਿ ਦਿੰਦੇ ਹਾਂ ਝੂਠਾ ਮੂਠਾ ਜਿਹਾ ਬਾਈ ਚੜ੍ਹਦੀ ਕਲਾ 'ਚ ਹੈ। ਪਰ ਆਹ ਚੜ੍ਹਦੀ ਕਲਾ ਹੈ ਕਿ ਪੋਤਾ ਗਿਆ ਫੁਲਵਾੜੀ ਦਾ, ਉਹ ਖੂਬਸੂਰਤ ਫੁੱਲ ਗਿਆ ਛੋਟੀ ਉਮਰੇ, ਕਿ ਸਮਾਜ ਦੇ ਜਦੋਂ ਲੈਵਲ ਤੇ ਦੇਖਦੇ ਹਾਂ ਤਾਂ ਲੱਗਦਾ ਹੁੰਦਾ ਕਿ ਗੱਲ ਸਾਨੂੰ ਮਨਜ਼ੂਰ ਨਹੀਂ ਹੈ, ਕਿ ਹਜੇ ਨਹੀਂ ਜਾਣਾ ਚਾਹੀਦਾ ਸੀ। ਪਰ ਨਵਰੀਤ ਦੇ ਜਾਣ ਦੇ ਬਾਵਜੂਦ ਵੀ ਕਿਵੇਂ ਅੱਜ ਜਾਣੀ ਇੰਨੀ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਜਾਣੀ ਇੱਕ ਮੈਨੂੰ ਲੱਗਦਾ ਕਿ ਅਗਵਾਹਕਾਰ ਇੱਦਾਂ ਦੇ ਹੋਣੇ ਚਾਹੀਦੇ ਸਾਡੇ, ਹੈ ਨਾ। ਅਤੇ ਅੱਜ ਜਿੰਨਾ ਸੋਹਣਾ ਉਹਨਾਂ ਨੇ ਆਪਣੇ ਮਾਈਕ 'ਤੇ ਬੋਲੇ ਆ ਉਹ, ਔਰ ਜਿੰਨੀ ਚੜ੍ਹਦੀ ਕਲਾ 'ਚ ਬੋਲੇ ਆ ਕਿ ਅੱਜ ਵੀ ਕੋਸ਼ਿਸ਼ ਹੈ ਕਿ ਮੈਂ ਇਕੱਲੇ ਨੌਜਵਾਨ 'ਚੋਂ ਨਵਰੀਤ ਨੂੰ ਦੇਖ ਰਿਹਾ, ਔਰ ਅਸੀਂ ਮੋਰਚਾ ਫਤਿਹ ਕਰੀਏ। ਇਹਦੇ ਲਈ ਅਸੀਂ ਕੀ ਐਫਰਟ ਕਰ ਸਕਦੇ ਹਾਂ। ਜਿੱਦਾਂ ਅੱਜ ਕਹਿੰਦੇ ਸੀ ਕਿ ਜਦੋਂ ਮੈਂ ਨਵਰੀਤ ਹੋਰਾਂ ਦੀ ਬਾਡੀ ਨੂੰ ਲੈ ਕੇ ਪੰਜਾਬ ਪਹੁੰਚਿਆ ਤਾਂ ਉਹ ਸਫ਼ਰ ਕਹਿੰਦੇ ਬਹੁਤ ਲੰਬਾ ਸੀ, ਪਰ ਉਹ ਸਫ਼ਰ ਦੇ ਵਿੱਚ ਮੈਂ ਆਪਣੇ ਆਪ ਨਾਲ ਲੜਿਆ, ਆਪਣੇ ਆਪ ਨਾਲ ਗੱਲਾਂ ਕੀਤੀਆਂ ਜਿਹੜੀਆਂ। ਤਾਂ ਮੈਨੂੰ ਲੱਗਦਾ ਕਿ ਜਿਹੜੇ ਵੀ ਸੱਜਣ ਪੁਰਸ਼ ਇਹਨਾਂ ਦੇ ਨਾਲ ਇਸ ਮਾਰਚ ਦੇ ਵਿੱਚ ਜਾ ਰਹੇ ਆ, ਮੈਨੂੰ ਲੱਗਦਾ ਕਿ ਦਿੱਲੀ ਤੱਕ ਜਾਂਦਿਆਂ ਜਾਣੀ ਸੁਭਾਅ ਬਦਲਣ ਵਾਲੀ ਗੱਲ ਹੈ, ਜਾਣੀ ਆਪਦੀ ਜ਼ਿੰਦਗੀ ਦਾ ਟਾਰਗੇਟ ਬਦਲਣ ਵਾਲੀ ਗੱਲ ਹੀ ਹੈ ਕਿ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਕਿ ਜੇ ਇਸ ਤਰ੍ਹਾਂ ਦੇ 70 ਸਾਲਾਂ ਦੇ ਬਜ਼ੁਰਗ ਜਿਨ੍ਹਾਂ ਦਾ ਹਜੇ ਕੁਝ ਦਿਨ ਹੋਏ ਆ ਪੋਤਾ ਗਿਆ ਨੂੰ, ਫਿਰ ਵੀ ਅੱਜ ਰਨ ਦੇ ਵਿੱਚ ਮੈਦਾਨ ਦੇ ਵਿੱਚ ਇਦਾਂ ਚੜ੍ਹਦੀ ਕਲਾ ਨਾਲ ਖੜੇ ਆ ਤੇ ਸਾਰਿਆਂ ਨੂੰ ਜੋੜਨ ਦੀਆਂ ਗੱਲਾਂ ਕਰ ਰਹੇ ਆ। 26 ਮਾਰਚ ਨੂੰ ਭਾਰਤ ਪੂਰਾ ਦਿਨ ਬੰਦ ਰਹੇਗਾ, ਪੂਰੇ 12 ਘੰਟੇ ਬੰਦ ਰਹੇਗਾ, ਸਵੇਰੇ 6 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ। ਹਾਲਾਂਕਿ ਇਸ ਦੌਰਾਨ ਸੜਕਾਂ ਨੂੰ ਜਾਮ ਨਹੀਂ ਕੀਤਾ ਜਾਏਗਾ, ਇਹ ਕਿਸਾਨ ਲੀਡਰ ਰੁਲਦੂ ਸਿੰਘ ਨੇ ਐਲਾਨ ਕੀਤਾ ਹੈ। ਆਵਾਜਾਈ 'ਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਏਗਾ, ਪਰ ਭਾਰਤ ਪੂਰਾ ਬੰਦ ਰਹੇਗਾ। ਸਾਰੇ ਬਾਜ਼ਾਰ, ਦੁਕਾਨਾਂ, ਅਦਾਰੇ ਸਭ ਕੁਝ ਬੰਦ ਰਹੇਗਾ। ਫੈਕਟਰੀਆਂ ਤੇ ਕੰਪਨੀਆਂ ਨੂੰ ਵੀ ਬੰਦ ਨਾ ਕਰਵਾਉਣ ਦਾ ਜਿਹੜਾ ਫੈਸਲਾ ਲਿਆ ਗਿਆ ਹੈ ਕਿਸਾਨਾਂ ਦੇ ਵੱਲੋਂ। ਪੈਟਰੋਲ ਪੰਪ, ਪਰਚੂਨ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਜਨਰਲ ਸਟੋਰ ਤੇ ਕਿਤਾਬਾਂ ਦੀਆਂ ਦੁਕਾਨਾਂ ਜਿਹੜੀਆਂ ਇਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਕਿਸਾਨਾਂ ਨੇ ਦਿੱਤੀ ਹੈ। ਤੇ 26 ਮਾਰਚ ਨੂੰ ਅੰਦੋਲਨਕਾਰੀ ਕਿਸਾਨਾਂ ਦਾ ਜਿਹੜਾ ਹੈ 120ਵਾਂ ਦਿਨ ਹੈ। 26 ਨਵੰਬਰ ਨੂੰ ਕਿਸਾਨ ਉੱਥੇ ਪਹੁੰਚੇ ਸੀ, ਉਸ ਤੋਂ ਬਾਅਦ ਦਸੰਬਰ ਲੰਘ ਗਿਆ, ਜਨਵਰੀ, ਫਰਵਰੀ ਤੇ ਮਾਰਚ, ਪੂਰੇ 4 ਮਹੀਨੇ ਹੋ ਜਾਣਗੇ। 4 ਮਹੀਨੇ ਪੂਰੇ ਹੋਣ ਤੇ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਐਲਾਨ ਹੈ ਜਿਹੜਾ ਕੀਤਾ ਗਿਆ ਹੈ। ਤੇ ਨਵੇਂ ਖੇਤੀ ਕਾਨੂੰਨਾਂ ਸਮੇਤ ਸਰਕਾਰ ਦੇ ਪੁਤਲੇ ਵੀ ਕਿਸਾਨਾਂ ਦੇ ਵੱਲੋਂ ਸਾੜੇ ਜਾਣਗੇ। ਇਸ ਤੋਂ ਪਹਿਲਾਂ ਜਿਹੜਾ ਭਾਰਤ ਬੰਦ ਬੁਲਾਇਆ ਗਿਆ ਸੀ ਉਹ ਕੁਝ ਘੰਟਿਆਂ ਦਾ ਸੀਗਾ, ਜਨਜੀਵਨ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ ਸੀ। ਪਰ ਜਿਹੜਾ 12 ਘੰਟਿਆਂ ਦਾ ਬੰਦ ਹੈ ਇਸ ਦੇ ਵਿੱਚ ਜਨਜੀਵਨ ਜ਼ਾਹਿਰ ਤੌਰ ਤੇ ਪ੍ਰਭਾਵਿਤ ਹੋਵੇਗਾ। ਤੇ ਕਿਸਾਨਾਂ ਨੇ ਵੀ, ਕਿਸਾਨ ਲੀਡਰਾਂ ਨੇ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਭਾਰਤ ਬੰਦ ਦੇ ਵਿੱਚ ਆਪੋ ਆਪਣਾ ਸਮਰਥਨ ਜ਼ਰੂਰ ਦਿਓ, ਘਰਾਂ ਤੋਂ ਬਾਹਰ ਨਾ ਨਿਕਲਿਓ, ਜਿਹੜਾ ਭਾਰਤ ਬੰਦ ਹੈ ਉਸ ਨੂੰ ਮੁਕੰਮਲ ਤੌਰ ਤੇ ਸਫਲ ਬਣਾਇਓ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਪੂਰੀ ਤਿਆਰੀ ਕਸੀ ਹੋਈ ਹੈ ਭਾਰਤ ਬੰਦ ਦੀ। ਜਥੇਬੰਦੀ ਦੇ ਸਾਰੇ ਵਰਕਰਾਂ ਦੀਆਂ ਜ਼ਿਲ੍ਹਾ ਪੱਧਰ ਤੇ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 11 ਜ਼ਿਲ੍ਹਿਆਂ ਦੇ ਵਿੱਚ 151 ਥਾਵਾਂ ਤੇ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇਗਾ। 26 ਥਾਵਾਂ ਤੇ ਰੇਲ ਮਾਰਗ ਜਾਮ ਕੀਤੇ ਜਾਣਗੇ, ਸੜਕਾਂ ਜਾਮ ਕੀਤੀਆਂ ਜਾਣਗੀਆਂ। ਭਾਰਤ ਬੰਦ ਵਿੱਚ ਸਹਿਯੋਗ ਦੇਣ ਦੇ ਲਈ ਲੱਖਾਂ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਪੰਧੇਰ ਨੇ ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ, ਰੇਹੜੀ ਵਾਲਿਆਂ ਨੂੰ, ਸਾਰੇ ਕਾਰੋਬਾਰੀਆਂ, ਟਰਾਂਸਪੋਰਟਰਾਂ ਨੂੰ ਇਸ ਭਾਰਤ ਬੰਦ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਤੇ ਨਾਲ ਹੀ ਇਸ ਜਥੇਬੰਦੀ ਦੇ ਵੱਲੋਂ ਪੰਧੇਰ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਮਾਰਚ ਵੀ ਕੱਢਿਆ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਭਾਰਤ ਬੰਦ ਦੇ ਵਿੱਚ ਸਾਥ ਜ਼ਰੂਰ ਦਿਓ। 11 ਜ਼ਿਲ੍ਹਿਆਂ ਦੇ ਵਿੱਚ 151 ਥਾਵਾਂ ਤੇ ਆਪਾਂ ਜਿਹੜੇ ਆ ਵੱਡੇ ਬੰਦ ਸਫਲ ਬਣਾਵਾਂਗੇ। ਉਹਦੇ ਵਿੱਚੋਂ 26 ਥਾਵਾਂ ਤੇ ਰੇਲ ਜਾਮ ਹੋਊਗੀ ਤੇ ਬਾਕੀ ਸੜਕਾਂ ਜਿਹੜੀਆਂ ਆਪਾਂ ਜਾਮ ਕਰਾਂਗੇ ਤੇ ਇਹ ਦਿਨੋਂ ਵੱਧ ਸਕਦੇ ਆ ਤੇ ਇਹਦੇ ਵਿੱਚ ਲੱਖਾਂ ਲੋਕਾਂ ਦੀ ਸ਼ਮੂਲੀਅਤ ਜਿਹੜੀ ਕਰਾਈ ਜਾਊਗੀ। ਮੈਂ ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ, ਰੇਹੜੀ ਫੜੀ ਵਾਲਿਆਂ, ਸਾਰੇ ਕਾਰੋਬਾਰੀਆਂ ਨੂੰ, ਟਰਾਂਸਪੋਰਟਰਾਂ ਨੂੰ, ਸਾਰਿਆਂ ਨੂੰ ਬੇਨਤੀ ਕਰਦਾ ਵੀ ਉਹ ਇਹ ਸਾਡੇ ਸਾਰੇ ਪ੍ਰੋਗਰਾਮ ਦੇ ਵਿੱਚ ਸਹਿਯੋਗ ਕਰਨ। ਬਕਾਇਦਾ ਉਹਨਾਂ ਦੀਆਂ ਜਥੇਬੰਦੀਆਂ ਹਿੱਸਾ ਲੈ ਰਹੀਆਂ ਵਾ ਤਾਂ ਜੋ ਇਹ ਮੋਦੀ ਸਰਕਾਰ ਦੀਆਂ ਇੱਕ ਵਾਰੀ ਜੜ੍ਹਾਂ ਹਿਲਾਉਣ ਵਾਲਾ ਅਸੀਂ ਜਿਹੜਾ ਭਾਰਤ ਬੰਦ ਕਰੀਏ। ਇਹਦੇ ਵਿੱਚ ਦੇਸ਼ ਪੱਧਰ 'ਤੇ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਆ। ਜਿਹੜੀ ਮੋਦੀ ਸਰਕਾਰ ਨੇ FCI ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ,
FCI ਦੇ ਨਾਂ ਤੇ ਜਿਹੜੀਆਂ ਸ਼ਰਤਾਂ ਮੜੀਆਂ ਜਾ ਰਹੀਆਂ, ਇਹ 2001-2014 ਵਿੱਚ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ। ਔਰ ਇਹ ਜਿਹੜੀਆਂ ਨਿੱਜੀਕਰਨ ਦੀਆਂ, ਗਲੋਬਲਾਈਜੇਸ਼ਨ ਦੀਆਂ, ਜਿਹੜੀਆਂ ਵਿਸ਼ਵ ਭਾਰ ਸੰਸਥਾ ਦੀਆਂ, WHO ਦੀਆਂ ਨੀਤੀਆਂ ਤਹਿਤ ਸਾਰਾ ਕੁਝ ਹੋ ਰਿਹਾ, ਬਿਲਕੁਲ ਸਰਕਾਰ ਦੀ ਨੀਤੀ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿਆਂਗੇ। ਕਰੋਨਾ ਦੀ ਆੜ ਦੇ ਵਿੱਚ ਜੋ ਕੁਝ ਕੀਤਾ ਜਾ ਰਿਹਾ ਵਾ, ਇਹ ਸਫਲ ਨਹੀਂ ਹੋਣ ਦਿਆਂਗੇ। ਪੰਜਾਬ ਜਿਹੜੀ ਆ ਉਹ ਇਸ ਅੰਦੋਲਨ ਦੀ ਜਨਮਦਾਤੀ ਧਰਤੀ ਆ, ਤੇ ਇਸ ਅੰਦੋਲਨ ਨੂੰ ਤਾਰ ਪੀਟੋ ਕਿਸੇ ਨੂੰ ਵੀ ਨਹੀਂ ਕਰਨ ਦਿਆਂਗੇ। ਇਸ ਕਰਕੇ ਆਉਣ ਵਾਲੇ ਦਿਨਾਂ 'ਚ ਹੋਰ ਅੰਦੋਲਨ ਤੇਜ਼ ਹੋਊਗਾ, ਤੇ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਕੇ ਜਦੋਂ ਤੱਕ ਮੋਦੀ ਸਰਕਾਰ ਇਹ ਖੇਤੀ ਦੇ 3 ਕਾਨੂੰਨ ਵਾਪਸ ਨਹੀਂ ਲੈਂਦੀ, ਤੇ ਉਦੋਂ ਗਾ ਸਾਰੀਆਂ ਫਸਲਾਂ ਦੀ MSP ਦਾ ਕਾਨੂੰਨ ਨਹੀਂ ਲਿਆਉਂਦੀ, ਬਿਜਲੀ ਸੋਧ ਬਿੱਲ ਰੱਦ ਨਹੀਂ ਕਰਦੀ, ਪੋਲੂਸ਼ਨ ਵਾਲਾ ਰੱਦ ਨਹੀਂ ਕਰਦੀ, ਇਹ ਤੋਂ ਗਾ ਸਾਰੇ ਜਿਹੜੇ ਪਰਚੇ ਕੀਤੇ ਆ ਉਹ ਰੱਦ ਨਹੀਂ ਕਰਦੀ, ਅੰਦੋਲਨ ਤੇਜ਼ ਤੋਂ ਤੇਜ਼ ਕਰਾਂਗੇ। ਕੱਲ੍ਹ ਵਾਲਾ ਅੰਦੋਲਨ ਲਾ ਮਿਸਾਲ ਅੰਦੋਲਨ ਹੋਊਗਾ। ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਦਾਅਵਾ ਕੀਤਾ ਕਿ ਭਾਰਤ ਬੰਦ ਨੂੰ ਸਾਰੇ ਦੇਸ਼ ਦੇ ਵਿੱਚੋਂ ਹਮਾਇਤ ਮਿਲ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇਕੱਲੇ ਕਿਸਾਨਾਂ ਦਾ ਭਾਰਤ ਬੰਦ ਹੁੰਦਾ ਸੀ, ਪਰ ਹੁਣ ਜਿਹੜਾ ਇਹ ਬੰਦ ਹੈ ਇਸ ਦੇ ਵਿੱਚ ਟ੍ਰੇਡ ਯੂਨੀਅਨਾਂ ਵੀ ਸ਼ਾਮਿਲ ਹੋ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਰੇਲ ਆਵਾਜਾਈ ਹੈ ਉਹ ਬੰਦ ਰਹੇਗੀ। ਪਹਿਲਾਂ ਨਾਲੋਂ ਵੱਖਰਾ ਭਾਰਤ ਬੰਦ ਇਸ ਕਰਕੇ ਹੋਏਗਾ ਕਿਉਂਕਿ ਸਾਰੀਆਂ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਲ ਨੇ। ਰੁਲਦੂ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਵੇਂ ਖਟਕੜ ਕਲਾਂ ਦੀ ਰੈਲੀ ਨੂੰ ਬਹੁਤ ਹੀ ਵੱਡਾ ਸਮਰਥਨ ਮਿਲਿਆ, ਉਵੇਂ ਭਾਰਤ ਬੰਦ ਨੂੰ ਵੀ ਲੋਕਾਂ ਦਾ ਪੂਰਾ ਸਮਰਥਨ ਮਿਲੇਗਾ। ਪਹਿਲਾਂ ਅਸੀਂ ਇਕੱਲੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਦੇ ਦਿੰਦੇ ਵੀ ਭਾਰਤ ਬੰਦ ਹੈ, ਵੀ ਬਾਹਲਾ ਸੰਜੋਗੀ ਜਿਹੋ ਟ੍ਰੇਡ ਜਥੇਬੰਦੀਆਂ ਦਾ ਉਹਨਾਂ ਨਾਲ ਕਦੇ ਮੀਟਿੰਗਾਂ ਮੂਟਿੰਗਾਂ ਨਹੀਂ ਬਾਹਲੀਆਂ ਹੋਈਆਂ ਤੀਆਂ। ਉਹ ਬੰਦ ਹੁੰਦਾ ਵੀ ਉਹਨੂੰ ਮੈਂ ਕੀ ਕਹਾਂ ਵੀ ਥੋੜ੍ਹਾ ਜਿਹਾ ਜ਼ਬਰੀ ਬੰਦ ਕਰਾਉਣਾ। ਕੱਲ੍ਹ ਨੂੰ ਜਿਹੜਾ ਬੰਦ ਹੋਣਾ ਸਹਿਮਤੀ ਨਾਲ ਬੰਦ ਹੋਣਾ ਹੈ। ਕਿ ਸਰਕਾਰ ਨੇ ਬਿਮਾਰੀ ਲਿਆਂਦੀ ਆ ਪਿਛਲੇ ਸਾਲ ਦੀ, ਮੇਰਾ ਅੰਦਾਜ਼ਾ ਉਦੋਂ ਦਾ ਹੈ ਵੀ ਇਹ ਬਿਮਾਰੀ ਨਹੀਂ, ਕਿਉਂ ਜਿੱਦਾਂ ਦੀ ਦੁਨੀਆ ਪੈਦਾ ਹੋਈ ਆ ਮੇਰੀ ਸਮਝ ਮੁਤਾਬਕ 2 ਮਦਵਾੜੇ ਆਏ ਨੇ ਪਹਿਲਾਂ, ਤੇ 2 ਮਦਵਾੜਿਆਂ 'ਚ ਸੰਸਾਰ ਜੰਗ ਲੱਗੀ ਹੈ। ਦੁਨੀਆ ਦੇ ਪੂੰਜੀਵਾਦ ਨੇ, ਸਾਮਰਾਜਵਾਦ ਨੇ, ਸੱਤਾ ਲੋਕਾਂ ਨੇ ਉਹਨਾਂ ਨੂੰ ਇਹ ਕਹਿਤਾ ਵੀ ਇੱਕ ਇਹੋ ਜਿਹਾ ਵਹਿਮ ਫੈਲਾ ਦਿਓ ਲੋਕਾਂ ਦੇ ਵਿੱਚ ਵੀ ਬਿਮਾਰੀ ਆ ਗਈ। ਦੇਖੋ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਬੈਠੇ ਹੋ ਪ੍ਰੈਸ ਵਾਲਿਓ, ਜ਼ੁਕਾਮ ਸਾਨੂੰ ਕਿੱਦੇ ਨਹੀਂ ਹੋਇਆ, ਖੰਘ ਸਾਨੂੰ ਕਿੱਦੇ ਨਹੀਂ ਹੋਈ, ਆਪਾਂ ਇੰਨੇ ਬੈਠੇ, ਮੈਂ ਕਹਿੰਦਾ ਹੁਣੀ ਸੱਦ ਲਓ, ਆਪਣੇ ਵੀ ਟੈਸਟ ਕਰਾ ਲਓ, ਤੀਜੇ ਸਿੱਧੇ ਹੁਣ ਨਿਕਲ ਆਉਣਗੇ। ਤੇ ਫਿਰ ਮੋਦੀ ਸਾਹਿਬ ਨੇ ਤਾੜੀਆਂ ਵਜਾਤੀਆਂ ਤੇ ਥਾਲੀਆਂ ਖੜਕਾਤੀਆਂ, ਕੋਈ ਉਦੋਂ ਦਵਾਈ ਦਾ ਇੰਤਜ਼ਾਮ ਨਹੀਂ ਹੋਇਆ, ਫਿਰ ਕਰੋਨਾ ਭੱਗ ਗਿਆ ਜੀ। ਮੈਨੂੰ ਤਾਂ ਇਹ ਲੱਗਦਾ ਵੀ ਕਰੋਨਾ ਨੂੰ ਛੁੱਟੀ ਕੱਟ ਕੇ ਆ ਗਿਆ, ਲੱਗਦਾ ਵੀ ਦੁਬਾਰੇ ਆ ਗਿਆ ਮੇਰੇ ਹਿਸਾਬ ਮੁਤਾਬਕ। ਕੈਪਟਨ ਨੂੰ ਮੈਂ ਪੁੱਛਦਾ ਵੀ ਭਾਈ ਸਕੂਲ ਤਾਂ ਬੰਦ ਕਰਤੇ, ਠੇਕੇ ਨਹੀਂ ਬੰਦ ਕਰੇ। SGPC ਨੇ ਵੀ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਕਮੇਟੀ ਹਮਾਇਤ ਕਰਦੀ ਹੈ ਤੇ ਮੁੱਖ ਦਫ਼ਤਰ ਸਮੇਤ ਸਾਰੇ ਜਿਹੜੇ SGPC ਦੇ ਅਦਾਰੇ ਨੇ ਉਹ ਬੰਦ ਰੱਖੇ ਜਾਣਗੇ, ਦਫ਼ਤਰ ਬੰਦ ਰੱਖੇ ਜਾਣਗੇ। ਇਸ ਦੇ ਨਾਲ ਹੀ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸੰਬੰਧੀ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਜਿਹੜਾ ਚੱਲ ਰਿਹਾ ਹੈ ਉਹ ਵੀ ਕੱਲ ਨੂੰ ਵਿਸ਼ਰਾਮ ਕਰੇਗਾ। ਕੱਲ ਨੂੰ ਨਗਰ ਕੀਰਤਨ ਵੀ ਨਹੀਂ ਚੱਲੇਗਾ ਤੇ ਉਸ ਤੋਂ ਬਾਅਦ ਫਿਰ 27 ਮਾਰਚ ਨੂੰ ਨਗਰ ਕੀਰਤਨ ਹੈ ਜਿਹੜਾ ਉਹ ਕੰਟੀਨਿਊ ਕਰੇਗਾ। ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਹਰ ਸੂਬੇ ਦੀਆਂ ਮੁੱਖ ਟ੍ਰੇਡ ਯੂਨੀਅਨਾਂ ਅਤੇ ਸਥਾਨਕ ਜਥੇਬੰਦੀਆਂ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ। ਦੇਸ਼ ਦੀਆਂ ਵੱਡੀਆਂ 10 ਟ੍ਰੇਡ ਯੂਨੀਅਨਾਂ ਤੇ ਹੋਰ ਵੱਡੀਆਂ ਐਸੋਸੀਏਸ਼ਨਾਂ, ਬੈਂਕ, ਡਾਕਟਰਾਂ, ਵਕੀਲਾਂ, ਤਕਨੀਕੀ ਖੇਤਰ ਦੇ ਲੋਕ, ਮਜ਼ਦੂਰ, ਕਾਰੋਬਾਰੀ ਸੰਸਥਾਵਾਂ, ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੀਆਂ ਯੂਨੀਅਨਾਂ, ਵਿਦਿਆਰਥੀ ਤੇ ਮਹਿਲਾ ਜਥੇਬੰਦੀਆਂ ਦੇ ਵੀ ਸਮਰਥਨ ਦੇ ਵਿੱਚ ਬਿਆਨ ਆ ਚੁੱਕੇ ਨੇ। ਇਸ ਦੇ ਨਾਲ ਹੀ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ IFTU ਨੇ ਵੀ ਬੰਦ ਦਾ ਜਿਹੜਾ ਸਮਰਥਨ ਕੀਤਾ ਹੈ। ਕੁਲਵਿੰਦਰ ਸਿੰਘ ਵੜੈਚ ਜਿਹੜੇ ਕਿ ਪੰਜਾਬ ਸੂਬਾ ਪ੍ਰਧਾਨ ਹੈਗੇ ਨੇ, ਉਹਨਾਂ ਨੇ ਕਿਹਾ ਕਿ ਭੱਠਾ ਵਰਕਰਸ ਯੂਨੀਅਨ, ਰੇੜੀ ਵਰਕਰਸ ਯੂਨੀਅਨ, ਪ੍ਰਵਾਸੀ ਮਜ਼ਦੂਰ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੀ ਇਸ ਬੰਦ ਦੇ ਵਿੱਚ ਸ਼ਾਮਿਲ ਹੋਣਗੀਆਂ। ਕਿਸਾਨਾਂ ਦਾ ਦਾਅਵਾ ਹੈ ਕਿ 26 ਮਾਰਚ ਦਾ ਭਾਰਤ ਬੰਦ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ, ਪਰ ਇਹ 26 ਮਾਰਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੋਦੀ ਸਰਕਾਰ ਦੇ ਕੰਨਾਂ ਤੇ ਜੂੰ ਸਰਕਦੀ ਹੈ ਜਾਂ ਫਿਰ ਨਹੀਂ। ਏਟਕ ਜਥੇਬੰਦੀ ਨੇ ਵੀ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ।
ਇਸ ਮੌਕੇ ਰੁਲਦੂ ਸਿੰਘ ਜਿਹੜੇ ਕਿ ਚੰਡੀਗੜ੍ਹ ਪਹੁੰਚੇ ਹੋਏ ਸੀ, ਉਹਨਾਂ ਨੇ ਕਰੋਨਾ ਤੇ ਵੀ ਆਪਣਾ ਬਿਆਨ ਦਿੱਤਾ। ਰੁਲਦੂ ਸਿੰਘ ਨੇ ਕਿਹਾ ਕਿ ਕਰੋਨਾ ਨੂੰ ਸਰਕਾਰਾਂ ਨੇ ਹਥਿਆਰ ਬਣਾ ਰੱਖਿਆ, ਹਥਿਆਰ ਬਣਾ ਕੇ ਉਹ ਵਰਤ ਰਹੀਆਂ ਨੇ। ਉਹ ਕਹਿੰਦੇ ਕਿ ਮੋਦੀ ਸਰਕਾਰ ਨੇ ਕਰੋਨਾ ਦੇ ਲਈ ਕੋਈ ਇੰਤਜ਼ਾਮ ਨਹੀਂ ਕੀਤਾ। ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਰੋਨਾ ਛੁੱਟੀ ਕੱਟ ਕੇ ਆਇਆ ਹੋਵੇ। ਬੰਦੇ ਪ੍ਰਦੂਸ਼ਣ ਨਾਲ ਜ਼ਿਆਦਾ ਮਰਨਗੇ, ਬਿਮਾਰੀ ਨਾਲ ਨਹੀਂ ਮਰਨਗੇ, ਪਰ ਸਰਕਾਰ ਬਿਮਾਰੀ ਨਾਲ ਮਰਨ ਦਾ ਬਹਾਨਾ ਲਾ ਦੇਵੇਗੀ, ਇਸ ਲਈ ਸਾਨੂੰ ਡਰਨ ਦੀ ਲੋੜ ਨਹੀਂ ਹੈ। ਤੇ ਨਾਲ ਹੀ ਉਹਨਾਂ ਕਿਹਾ ਕਿ ਆਪਣਾ ਜਿਹੜਾ ਤਰਕ ਦਿੱਤਾ ਹੈ, ਕਹਿੰਦੇ ਜ਼ੁਕਾਮ ਤੇ ਖੰਘ ਹਰ ਇੱਕ ਇਨਸਾਨ ਨੂੰ ਹੁੰਦਾ, ਜੰਮਦੇ ਬੱਚੇ ਨੂੰ ਵੀ ਹੁੰਦਾ ਹੈ, ਇਸ ਕਰਕੇ ਇਹ ਇੱਕ ਫਲੂ ਹੈ, ਨਵੀਂ ਬਿਮਾਰੀ ਚਾਹੀ ਆਈ ਹੈ, ਪਰ ਇਹ ਨਹੀਂ ਕਿ ਲੋਕ ਸਾਨੂੰ ਡਰਾ ਕੇ ਖੌਫ ਦੇ ਵਿੱਚ ਪਾ ਕੇ ਘਰਾਂ ਦੇ ਵਿੱਚ ਹੀ ਬਿਠਾ ਦੇਵੇ। ਇਸ ਮੌਕੇ ਰੁਲਦੂ ਸਿੰਘ ਨੇ ਪੰਜਾਬ ਦੀਆਂ ਪੰਚਾਇਤਾਂ ਤੇ ਹਰਿਆਣੇ ਦੀਆਂ ਖਾਪ ਪੰਚਾਇਤਾਂ ਦਾ ਵੀ ਕਿਸਾਨੀ ਅੰਦੋਲਨ ਦੇ ਵਿੱਚ ਸਮਰਥਨ ਕਰਨ ਦੇ ਲਈ ਧੰਨਵਾਦ ਕੀਤਾ ਹੈ। ਨਾਲ ਹੀ ਕਿਹਾ ਕਿ ਕਿਸਾਨਾਂ ਨੇ ਦਿੱਲੀ ਵਿੱਚ ਪਹਿਲਾਂ ਠੰਡ ਦਾ ਇੰਤਜ਼ਾਮ ਕੀਤਾ ਤੇ ਹੁਣ ਮੱਛਰਾਂ ਤੋਂ ਬਚਾਅ ਲਈ ਹਰ ਜਿਹੜਾ ਦੋਵੇਂ ਸੂਬਿਆਂ ਦਾ ਕਿਸਾਨ ਹੈ ਉਹ ਇੰਤਜ਼ਾਮ ਕਰ ਰਿਹਾ ਹੈ। ਦਿੱਲੀ ਦੇ ਵਿੱਚ ਮੱਛਰ ਬਹੁਤ ਹੈ ਤੇ ਇੱਕ ਕਿਸਾਨ ਨੇ ਇੱਕ ਟਰਾਲੀ ਮੱਛਰਦਾਨੀਆਂ ਦੀ ਭਰ ਕੇ ਦਿੱਲੀ ਭੇਜੀ ਹੈ। ਸੋ ਸਭ ਦਾ ਧੰਨਵਾਦ ਕੀਤਾ, ਮੀਡੀਆ ਦਾ ਵੀ ਧੰਨਵਾਦ ਕੀਤਾ ਹੈ ਰੁਲਦੂ ਸਿੰਘ ਨੇ। ਦੀਪ ਸਿੱਧੂ ਤੇ ਲੱਖਾ ਸਿਧਾਣਾ ਬਾਰੇ ਵੀ ਸਵਾਲ ਪੁੱਛਿਆ ਗਿਆ। ਰੁਲਦੂ ਸਿੰਘ ਨੇ ਕਿਹਾ ਕਿ ਸਾਡਾ ਇਹਨਾਂ ਨਾਲ ਕੋਈ ਲਿੰਕ ਨਹੀਂ ਹੈ, ਮੈਂ ਇਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਪੁਲਿਸ ਉਹਨਾਂ ਨੂੰ ਛੱਡੇ ਜਾਂ ਫਿਰ ਨਾ ਛੱਡੇ, ਇਹ ਸਰਕਾਰ ਦੀ ਮਰਜ਼ੀ ਹੈ। ਫਿਰ ਸਵਾਲ ਪੁੱਛਿਆ ਗਿਆ ਕਿ ਕੀ ਲੱਖਾ ਸਿਧਾਣਾ ਜਿਹੜਾ ਉਹ ਕਿਸਾਨ ਲੀਡਰਾਂ ਦੀ ਸਟੇਜ ਤੋਂ ਬੋਲੇਗਾ, ਤਾਂ ਰੁਲਦੂ ਸਿੰਘ ਨੇ ਕਿਹਾ ਕਿ ਉਹ ਕਿਸਾਨ ਲੀਡਰਾਂ ਦੀ ਸਟੇਜ ਤੋਂ ਬੋਲੇਗਾ। ਕਿਸਾਨ ਜਥੇਬੰਦੀਆਂ ਨੇ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਕਿ ਲੱਖਾ ਸਿਧਾਣਾ ਸਿੰਘੂ ਬਾਰਡਰ ਤੇ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲੇਗਾ, ਪਰ 32 ਕਿਸਾਨ ਜਥੇਬੰਦੀਆਂ ਦਾ ਹਿੱਸਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਉਸ ਨੂੰ ਕੋਈ ਵੀ ਫੜ ਨਹੀਂ ਸਕਦਾ, ਪਰ ਦੀਪ ਸਿੱਧੂ ਨਾਲ ਨਾ ਸਾਡਾ ਕੋਈ ਸੰਬੰਧ ਹੈ, ਨਾ ਹੀ ਲੱਖੇ ਦਾ ਕੋਈ ਸੰਬੰਧ ਹੈ, ਇਹ ਕਿਹਾ ਹੈ ਰੁਲਦੂ ਸਿੰਘ ਨੇ। ਦੀਪ ਨਾਲ ਲੱਖੇ ਸਿਧਾਣੇ ਦਾ ਕੋਈ ਸਿਧਾਂਤ ਨਹੀਂ ਰਲਦਾ, ਕੋਈ ਰਾਏ ਨਹੀਂ ਰਲਦੀ। ਉਹ ਥੋੜਾ ਜਿਹਾ ਇਕੱਠੇ ਹੋ ਗਏ ਜੇ ਬਈ ਯਾਰ ਇਹ ਬੁੜਿਆਂ ਜਿਹਾ ਤੋਂ ਅੰਦੋਲਨ ਨਹੀਂ ਚੱਲਦਾ, ਸਾਰੇ ਰਲ ਗਏ। ਉਹ ਇੰਨਾ ਰਾਜਨੀਤਿਕ ਨਹੀਂ ਸੀਗਾ, ਸਿਧਾਣੇ ਨੂੰ ਪੁੱਠੀ ਪਈ ਹੈ ਗੱਲ। ਲੱਖਾ ਸਿਧਾਣੇ ਨੂੰ ਬੋਲਣ ਦਾ 32 ਜਥੇਬੰਦੀਆਂ ਹਿੱਸਾ ਨਹੀਂ ਬਣੂਗਾ, ਮੇਰੀ ਗੱਲ ਸੁਣ। 32 ਜਥੇਬੰਦੀਆਂ ਹਿੱਸਾ ਸ਼ਾਇਦ ਨਾ ਜੋਗਿੰਦਰ ਗਰਾਹਾਂ ਬਣ ਸਕਦਾ ਤੇ ਨਾ ਮੂਰਲੇ ਬਣ ਸਕਦੇ ਨੇ ਜਾਂ ਤੁਸੀਂ ਨਾਂ ਲੈਂਦੇ ਹੋ। ਠੀਕ ਹੈ, ਜੇ ਕਿਸੇ ਤੇ ਹਮਲਾ ਹੁੰਦਾ ਤਾਂ ਜੇ ਗਵਾਂਢੀ ਤੇ ਹਮਲਾ ਸਾਨੂੰ ਵਿਰੋਧ, ਮੇਰੀ ਰਾਏ ਵੀ ਕਰਨਾ ਚਾਹੀਦਾ ਵੀ ਨਹੀਂ ਹਮਲਾ ਹੋਣਾ ਚਾਹੀਦਾ। ਇਸ ਮੌਕੇ ਰੁਲਦੂ ਸਿੰਘ ਨੇ ਹੋਲੇ ਮਹੱਲੇ ਵਾਲੀ ਸੰਗਤ ਨੂੰ ਵੀ ਅਪੀਲ ਕੀਤੀ ਹੈ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ। ਕਿਹਾ ਕਿ ਦਰਸ਼ਨਾਂ ਲਈ ਸੰਗਤ ਇੱਕ ਦਿਨ ਪਹਿਲਾਂ ਯਾਨੀ ਕਿ 25 ਮਾਰਚ ਨੂੰ ਪਹੁੰਚ ਜਾਵੇ, 26 ਮਾਰਚ ਨੂੰ ਇਸ ਬੰਦ ਨੂੰ ਸਫਲ ਬਣਾਇਆ ਜਾਵੇ, 26 ਤੋਂ ਬਾਅਦ ਫਿਰ 27 ਮਾਰਚ ਨੂੰ ਸੰਗਤ ਅਨੰਦਪੁਰ ਸਾਹਿਬ ਨੂੰ ਵਹੀਰਾਂ ਘੱਤ ਕੇ ਜਾਵੇ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਇਸ ਦਰਮਿਆਨ ਮੋਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ। ਸਰਕਾਰ ਨੇ ਐਸਟਰਾਜ਼ੈਨੇਕਾ ਕੋਵਿਸ਼ੀਲਡ ਜਿਹੜਾ ਟੀਕਾ ਹੈ ਉਸ ਦੀ ਬਰਾਮਦ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ, ਯਾਨੀ ਕਿ ਕਰੋਨਾ ਦਾ ਟੀਕਾ ਭਾਰਤ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਨਹੀਂ ਭੇਜਿਆ ਜਾਵੇਗਾ ਤੇ ਇਹ ਰੋਕ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਭਾਰਤ ਦੇ ਵਿੱਚ ਪੂਰਾ ਇਸ ਗੱਲ ਦਾ ਰੌਲਾ ਪਿਆ ਹੋਇਆ ਕਿ ਯੂਕੇ ਦਾ ਜਿਹੜਾ ਨਵਾਂ ਸਟ੍ਰੇਨ ਹੈ ਉਸ ਦੀ ਭਾਰਤ ਦੇ ਵਿੱਚ ਐਂਟਰੀ ਹੋ ਗਈ ਹੈ ਅਤੇ ਭਾਰਤ ਦੇ ਵਿੱਚ ਨਵੇਂ ਸਟ੍ਰੇਨ ਦੇ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਤੇ ਨਵਾਂ ਕਰੋਨਾ ਦਾ ਇਨਫੈਕਸ਼ਨ ਹੈ ਜਿਹੜਾ ਸਿੱਧਾ ਗਲੇ, ਫੇਫੜਿਆਂ ਤੇ ਦਿਮਾਗ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਹਦੇ ਕਾਰਨ ਮਰੀਜ਼ ਨੂੰ ਉਲਟੀਆਂ, ਬੇਚੈਨੀ, ਪੇਟ ਵਿੱਚ ਦਰਦ ਤੇ ਦਸਤ ਵਰਗੀਆਂ ਸ਼ਿਕਾਇਤਾਂ ਨਜ਼ਰ ਆ ਰਹੀਆਂ ਨੇ। ਪੇਟ ਵਿੱਚ ਦਰਦ, ਉਲਟੀਆਂ ਤੇ ਦਸਤ ਵਰਗੇ ਲੱਛਣ ਦਿੱਲੀ ਦੇ 2 ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰੋਨਾ ਮਰੀਜ਼ਾਂ ਦੇ ਵਿੱਚ ਦੇਖੇ ਜਾ ਰਹੇ ਨੇ। ਕਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਨਵੀਂ ਕਰੋਨਾ ਸਟ੍ਰੇਨ ਨੇ ਮਰੀਜ਼ਾਂ ਦੇ ਉੱਤੇ ਵੱਖਰੇ ਢੰਗ ਨਾਲ ਹਮਲਾ ਕਰਨਾ ਸ਼ੁਰੂ ਕੀਤਾ ਹੈ। ਦਿੱਲੀ ਵਿੱਚ ਕਰੋਨਾ ਦੇ ਤਕਰੀਬਨ 6,50,000 ਮਾਮਲੇ ਹੁਣ ਤੱਕ ਸਾਹਮਣੇ ਆਏ ਨੇ। ਇਹਨਾਂ ਵਿੱਚੋਂ ਬਹੁਤ ਸਾਰੇ ਮਰੀਜ਼ਾਂ ਵਿੱਚ ਬੁਖਾਰ, ਸਾਹ ਲੈਣ 'ਚ ਮੁਸ਼ਕਿਲ, ਖੰਘ ਵਰਗੇ ਲੱਛਣ ਹੁੰਦੇ ਨੇ ਤੇ ਇਸੇ ਤਰ੍ਹਾਂ ਮਰੀਜ਼ਾਂ ਵਿੱਚ ਖੁਸ਼ਬੂ ਦੀ ਮੌਜੂਦਗੀ ਅਤੇ ਖਾਣੇ ਦੇ ਸਵਾਦ ਨੂੰ ਮਹਿਸੂਸ ਨਾ ਕਰਨਾ ਵੀ ਕਰੋਨਾ ਦੇ ਨਵੇਂ ਦਬਾਅ ਦਾ ਲੱਛਣ ਹੈ। ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਿਕ ਮਰੀਜ਼ਾਂ ਦੇ ਵਿੱਚ ਪੇਟ 'ਚ ਦਰਦ ਤੇ ਬੇਚੈਨੀ ਦੀਆਂ ਸ਼ਿਕਾਇਤਾਂ ਵੇਖੀਆਂ ਗਈਆਂ ਨੇ। ਇਹਨਾਂ ਵਿੱਚੋਂ ਬਹੁਤ ਸਾਰੇ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਬਿਮਾਰੀ ਹੈ ਜਿਹੜੀ ਉਹ ਡਾਕਟਰਾਂ ਦੇ ਮੁਤਾਬਿਕ ਕੰਟਰੋਲ ਦੇ ਵਿੱਚ ਕੀਤੀ ਜਾ ਸਕਦੀ ਹੈ। ਰੋਹਤਕ ਦੇ ਮਹਿਮ ਦੇ ਵਿੱਚ ਹੋਈ ਕਿਸਾਨ ਪੰਚਾਇਤ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਟਿਕੈਤ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਕੋਈ ਸਰਕਾਰੀ ਏਜੰਸੀ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਨੂੰ ਬੰਧਕ ਬਣਾ ਲਓ। ਟਿਕੈਤ ਨੇ 26 ਜਨਵਰੀ ਦੀ ਘਟਨਾ ਦਾ ਵੀ ਜ਼ਿਕਰ ਕੀਤਾ, ਕਿਹਾ ਕਿ ਜੇ ਪਾਈਪ ਉੱਤੇ ਧਾਰਮਿਕ ਝੰਡਾ ਲਾਇਆ ਤਾਂ ਕੀ ਪਾਪ ਹੋ ਗਿਆ। ਸਰਕਾਰ ਪਹਿਲਾਂ ਹੀ ਲਾਲ ਕਿਲੇ ਨੂੰ ਵੇਚ ਚੁੱਕੀ ਹੈ। ਹਰਿਆਣਾ ਦੇ ਮੁੱਖ ਮੰਤਰੀ ਖੱਟਰ ਤੇ ਵੀ ਵਰੇ। ਟਿਕੈਤ ਨੇ ਕਿਹਾ ਕਿ ਜੇ ਸੀਐਮ ਖੱਟਰ ਵਿੱਚ ਹਿੰਮਤ ਹੈ ਤਾਂ ਹੈਲੀਕਾਪਟਰ ਤੋਂ ਹੇਠਾਂ ਉਤਰ ਕੇ ਦਿਖਾਉਣ। ਬਠਿੰਡਾ ਤੋਂ ਖਬਰ ਹੈ ਜਿੱਥੇ ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਜਿਆਣੀ ਨੂੰ ਕਿਸਾਨਾਂ ਨੇ ਘੇਰ ਲਿਆ। ਅੱਗੇ ਜਿਆਣੀ ਤੇ ਪਿੱਛੇ ਕਿਸਾਨ। ਇਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਨੇ ਉਹ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲੇ, ਜਿੱਥੇ
ਵਿਰੋਧ ਕਰਨ ਵਾਲੇ ਕਿਸਾਨਾਂ ਦੇ ਨਾਲ ਸੁਰਜੀਤ ਜਿਆਣੀ ਦੀ ਲੁਕਣ ਮਿੱਟੀ ਚੱਲਦੀ ਰਹੀ। ਜਿਆਣੀ ਦੀ ਮੁਖਾਲਫਤ ਦੇ ਲਈ ਇਕੱਠੇ ਹੋਏ ਕਿਸਾਨਾਂ ਦੇ ਕਾਰਨ ਜਿਆਣੀ ਦੀ ਪ੍ਰੈਸ ਕਾਨਫਰੰਸ ਦੀ ਥਾਂ ਨੂੰ 2 ਵਾਰੀ ਬਦਲਣਾ ਪਿਆ। ਪਹਿਲਾਂ ਜਿਆਣੀ ਦੀ ਬਾਅਦ ਦੁਪਹਿਰ 1 ਵਜੇ ਸਰਕਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸ ਸੀ। ਸਵੇਰੇ ਕਰੀਬ 11 ਵਜੇ ਹੀ ਕਿਸਾਨ ਪਹੁੰਚ ਗਏ ਤੇ ਸਰਕਟ ਹਾਊਸ ਨੂੰ ਘੇਰ ਲਿਆ। ਉਸ ਤੋਂ ਬਾਅਦ ਜਿਆਣੀ ਦਾ ਪ੍ਰੋਗਰਾਮ ਬਦਲ ਕੇ ਬਾਅਦ ਦੁਪਹਿਰ 1:30 ਵਜੇ ਮਾਨਸਾ ਰੋਡ ਤੇ ਸਥਿਤ ਜੱਸੀ ਚੌਂਕ ਵਿਚਲੇ ਹੋਟਲ ਦੇ ਵਿੱਚ ਕਰ ਦਿੱਤਾ ਗਿਆ। ਪਰ ਉਸ ਤੋਂ ਬਾਅਦ ਕਿਸਾਨ ਉੱਥੇ ਵੀ ਜਿਆਣੀ ਦੇ ਪਿੱਛੇ ਹੀ ਪਹੁੰਚ ਗਏ ਤੇ ਜਿਆਣੀ ਨੇ ਜਦੋਂ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਤਾਂ ਕਿਸਾਨਾਂ ਨੇ ਹੋਟਲ ਨੂੰ 4 ਚੁਫੇਰਿਓਂ ਘੇਰ ਲਿਆ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਜਗੀਰ ਕੌਰ ਨੇ ਕਿਹਾ ਕਿ ਹੁਣ ਜਦੋਂ ਕਰੋਨਾ ਕਾਰਨ ਬੰਦ ਹੋਏ ਸਾਰੇ ਅਦਾਰੇ ਤੇ ਧਾਰਮਿਕ ਸਥਾਨ ਖੁੱਲ੍ਹਦੇ ਜਾ ਰਹੇ ਨੇ ਤਾਂ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੁੱਲ੍ਹ ਰਿਹਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਨਾਲ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਪਰ ਇਸ ਅਸਥਾਨ ਦਾ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਕਾਰਨ ਸੰਗਤ ਨਿਰਾਸ਼ਾ ਦੇ ਆਲਮ ਵਿੱਚ ਹੈ। ਕਣਕ ਦੀ ਖਰੀਦ ਤੋਂ ਪਹਿਲਾਂ FCI ਦੇ ਵੱਲੋਂ ਜਾਰੀ ਨਿਯਮਾਂ ਦੇ ਉੱਤੇ ਪੰਜਾਬ ਦੇ ਆੜ੍ਹਤੀਆਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਭਗਤਾਂਵਾਲਾ ਮੰਡੀ ਦੇ ਆੜ੍ਹਤੀਆਂ ਨੇ ਕਿਹਾ ਹੈ ਕਿ ਜੇਕਰ ਇਸ ਮਸਲੇ ਤੇ FCI ਨੇ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਬੋਡੀ ਵੱਲੋਂ ਦਿੱਤੇ ਫੈਸਲੇ ਮੁਤਾਬਿਕ ਅਸੀਂ ਮੰਡੀਆਂ ਬੰਦ ਕਰ ਦਿਆਂਗੇ, ਜਿਸ ਦਾ ਸਿੱਧਾ ਅਸਰ ਕਣਕ ਦੀ ਖਰੀਦ ਤੇ ਪਵੇਗਾ ਤੇ ਕਣਕ ਦੀ ਖਰੀਦ ਬੰਦ ਹੋਣ ਤੇ FCI ਅਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਆੜ੍ਹਤੀਆਂ ਨੇ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਦਾ 9 ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਕਦੇ ਵੀ ਤੋੜਿਆ ਨਹੀਂ ਜਾ ਸਕਦਾ। ਕਿਸਾਨ ਤੇ ਆੜ੍ਹਤੀ ਹਮੇਸ਼ਾ ਇੱਕ ਦੂਸਰੇ ਦਾ ਸਾਥ ਦਿੰਦੇ ਨੇ ਅਤੇ ਚੰਡੀਗੜ੍ਹ ਦੇ ਵਿੱਚ ਪਹੁੰਚੇ ਕਿਸਾਨ ਲੀਡਰ ਰੁਲਦੂ ਸਿੰਘ ਨੇ ਵੀ ਇਹੀ ਕਿਹਾ ਹੈ ਕਿ ਪਹਿਲਾਂ ਮੈਂ ਵੀ ਆੜ੍ਹਤੀਆਂ ਦਾ ਵਿਰੋਧ ਕਰਦਾ ਰਿਹਾ, ਪਰ ਹੁਣ ਸਾਡੀ ਜਿਹੜੀ ਲੜਾਈ ਹੈ ਇਸ ਤੋਂ ਵੀ ਵੱਡੀ ਹੈ। ਅਸੀਂ ਖੇਤੀ ਕਾਨੂੰਨ ਪਹਿਲਾਂ ਰੱਦ ਕਰਵਾਉਣੇ ਨੇ, ਆੜ੍ਹਤੀਆਂ ਦੇ ਨਾਲ ਜੋ ਸਾਡਾ ਮਸਲਾ ਹੁੰਦਾ ਉਹਨੂੰ ਅਸੀਂ ਆਪੇ ਨਿਬੇੜ ਲਵਾਂਗੇ, ਪਰ ਫਿਲਹਾਲ ਅਸੀਂ ਨਹੀਂ ਚਾਹੁੰਦੇ ਕਿ ਆੜ੍ਹਤੀਆਂ ਨੂੰ ਵਿਚਾਲਿਓਂ ਕੱਢ ਕੇ ਸਿੱਧੀ ਸਾਨੂੰ ਕੇਂਦਰ ਸਰਕਾਰ ਅਦਾਇਗੀ ਕਰੇ। ਅਸੀਂ ਆੜ੍ਹਤੀਆਂ ਦੇ ਰਾਹੀਂ ਹੀ ਜਿਹੜੀ ਫਸਲਾਂ ਦੀ ਅਦਾਇਗੀ ਹੈ ਉਹ ਲੈਣੀ ਹੈ, ਉਹਨਾਂ ਨਾਲ ਜਿਹੜੇ ਮਸਲੇ ਚੱਲਦੇ ਨੇ ਉਹ ਅਸੀਂ ਆਪੇ ਸੁਲਝਾ ਲਵਾਂਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੌਕਸ ਕਰਦਿਆਂ ਕਿਹਾ ਕਿ ਕੇਂਦਰ ਘੱਟੋ ਘੱਟ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਹੀ ਖੇਤੀ ਕਾਨੂੰਨ ਰੱਦ ਕਰ ਦੇਵੇ। ਕੈਪਟਨ ਨੇ ਕਿਹਾ ਕਿ ਕਿਸਾਨੀ ਸੰਕਟ ਨੂੰ ਸੁਲਝਾਉਣ ਦੇ ਵਿੱਚ ਦੇਰੀ ਕਰਕੇ ਕੇਂਦਰ ਸਰਕਾਰ ਪਾਕਿਸਤਾਨ ਨੂੰ ਪੰਜਾਬ ਦੇ ਵਿੱਚ ਵਧੀ ਬੇਚੈਨੀ ਦਾ ਫਾਇਦਾ ਚੁੱਕਣ ਦਾ ਮੌਕਾ ਦੇ ਰਹੀ ਹੈ। ਕੈਪਟਨ ਨੇ ਕਿਹਾ ਕਿ ਹਿਟਲਰ ਦਾ ਜਰਮਨੀ ਨਹੀਂ ਹੈ ਤੇ ਨਾ ਹੀ ਮਾਓ ਜੇ ਤੁੰਗ ਦਾ ਚੀਨ ਹੈ। ਮੋਦੀ ਨੂੰ ਲੋਕਾਂ ਦੀ ਆਵਾਜ਼ ਸੁਣਨੀ ਹੀ ਪਵੇਗੀ। ਮੋਦੀ ਨੂੰ ਚੇਤਾਵਨੀ ਦਿੱਤੀ ਹੈ ਕੈਪਟਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਪੰਜਾਬ ਦੀ ਜਵਾਨੀ ਵਿੱਚ ਪਾਈ ਜਾਂਦੀ ਨਿਰਾਸ਼ਾ ਦਾ ਲਾਹਾ ਚੁੱਕਦਾ ਆਇਆ ਹੈ, ਪਰ ਇਸ ਵੇਲੇ ਦਿੱਲੀ ਸਰਕਾਰ ਸੁੱਤੀ ਪਈ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਤੇ ਹਉਮੈ ਛੱਡ ਕੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਫਸਲਾਂ ਦੀ ਸਿੱਧੀ ਅਦਾਇਗੀ ਦੇ ਮਸਲੇ ਦੇ ਉੱਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਜੰਗ ਛਿੜਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਣਸਾਂ ਦੇ ਪੈਸੇ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ DBT ਯੋਜਨਾ ਦਾ ਜ਼ਿੰਮੇਵਾਰ ਦੱਸਿਆ। ਅਕਾਲੀ ਦਲ ਨੇ ਕੈਪਟਨ ਤੋਂ ਪੁੱਛਿਆ ਕਿ ਉਹ ਅਗਲੇ ਸਾਲ ਤੋਂ ਸਕੀਮ ਲਾਗੂ ਕਰਨ ਦੀ ਸਹਿਮਤੀ ਕਿਉਂ ਦੇ ਰਹੇ ਨੇ ਜਦੋਂ ਕਿ ਕਿਸਾਨ ਤਾਂ ਇਸ ਦਾ ਵਿਰੋਧ ਕਰ ਰਹੇ ਨੇ। ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਵੀ DBT ਸਕੀਮ ਬਾਰੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਆਖਿਆ ਤੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਪਾਸੜ ਫੈਸਲਾ ਸੂਬਿਆਂ ਦੇ ਹੱਕਾਂ ਤੇ ਸਿੱਧਾ ਡਾਕਾ ਹੋਏਗਾ ਤੇ ਇਸ ਨਾਲ ਦੇਸ਼ ਦੇ ਵਿੱਚ ਸੰਘੀ ਢਾਂਚਾ ਹੋਰ ਕਮਜ਼ੋਰ ਹੋਏਗਾ। ਅਕਾਲੀ ਦਲ ਨੇ ਇਸ ਮਾਮਲੇ ਤੇ ਕੈਪਟਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਪਹਿਲਾਂ ਕੈਪਟਨ ਨੇ ਆਉਂਦੇ ਹਾੜੀ ਸੀਜ਼ਨ ਤੋਂ ਇਹ ਯੋਜਨਾ ਲਾਗੂ ਕਰਨ ਲਈ ਲਿਖਤੀ ਸਹਿਮਤੀ ਦਿੱਤੀ ਸੀ ਤੇ ਹੁਣ ਮਗਰਮੱਛ ਦੇ ਹੰਝੂ ਕਿਉਂ ਵਹਾ ਰਹੇ ਨੇ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ED ਦੇ ਵੱਲੋਂ ਹਾਈ ਕੋਰਟ ਵਿੱਚ ਪੇਸ਼ ਕੀਤੇ ਦਸਤਾਵੇਜ਼ ਨੂੰ ਜਨਤਕ ਕਰਦਿਆਂ ਕਿਹਾ ਕਿ ਸਾਡੇ ਤੇ ਬਹੁਤ ਸਾਰੇ ਝੂਠੇ ਇਲਜ਼ਾਮ ਲਾਏ ਗਏ ਨੇ। ਹਾਲਾਂਕਿ ਖਹਿਰਾ ਨੇ ਕਿਹਾ ਕਿ ਮੇਰੇ ਖਿਲਾਫ ਅੱਜ ਤੱਕ ਕੋਈ ਵੀ FIR ਦਰਜ ਨਹੀਂ ਹੋਈ ਤੇ ED ਨੂੰ ਕਿਸਨੇ ਅਧਿਕਾਰ ਦੇ ਦਿੱਤਾ ਹੈ ਕਿ ਤੁਸੀਂ ਕਿਸੇ ਬੇਗੁਨਾਹ ਦੇ ਘਰ ਜਾ ਕੇ ਗੈਰ ਕਾਨੂੰਨੀ ਰੇਡ ਕਰੋ। ਖਹਿਰਾ ਨੇ ਕਿਹਾ ਕਿ ਮੇਰੇ ਸਿਰ ਤੇ 3 ਕਰੋੜ ਦਾ ਕਰਜ਼ਾ ਹੈ, ਪਰ ਉਸ ਲੋਨ ਨੂੰ ਵੀ ਇਹਨਾਂ ਨੇ ਅਨਅਕਾਊਂਟਡ ਇਨਕਮ ਦੇ ਵਿੱਚ ਪਾ ਦਿੱਤਾ ਹੈ ਤੇ ਉਸ ਨੂੰ ਲਗਭਗ 4 ਕਰੋੜ ਰੁਪਏ ਦੀ ਬਣਾਈ ਜਾਂਦੇ ਨੇ। ਖਹਿਰਾ ਨੇ ਦੱਸਿਆ ਖੁਲਾਸਾ ਕੀਤਾ ਕਿ ਮੇਰੇ ਤੇ ਇੱਕ ਹੋਰ ਇਲਜ਼ਾਮ ਲਾਇਆ ਗਿਆ ਕਿ ਮੈਂ 84 ਲੱਖ ਰੁਪਏ ਕੈਸ਼ ਟ੍ਰਾਂਸਫਰ ਕੀਤੇ ਨੇ ਤੇ ਮੇਰੇ ਕੋਲ ਮੇਰੀ ਜ਼ਮੀਨ ਦੀ ਲਗਭਗ 25 ਲੱਖ ਰੁਪਏ ਦੀ ਸਾਲਾਨਾ ਆਮਦਨ ਹੈ। ਮੈਂ ਆਪਣੇ ਘਰ ਦੇ ਖਰਚੇ ਕੱਢਣ ਤੋਂ ਬਾਅਦ 1 ਸਾਲ ਦੇ ਵਿੱਚ 25 ਲੱਖ ਰੁਪਏ ਚੋਂ 7 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਤਾਂ ਮੈਂ ਕਿਹੜੀ ਮਨੀ ਲਾਂਡਰਿੰਗ ਕਰ ਦਿੱਤੀ। ਪਿਛਲੇ 12 ਸਾਲਾਂ ਦੇ ਵਿੱਚ ਜੋ ਕੈਸ਼ ਡਿਪੋਜ਼ਿਟ ਗਏ ਨੇ ਇਹ ਮੈਂ ਜ਼ਿਆਦਾਤਰ ਬੈਂਕਾਂ ਤੋਂ ਜੋ ਕਰਜ਼ੇ ਲਏ ਨੇ ਉਸ ਦੀ ਵਿਆਜ ਦੀ ਕੀਮਤ ਨੂੰ ਮਨੀ ਲਾਂਡਰਿੰਗ ਦਾ ਇਹਨਾਂ ਨੇ ਨਾਮ ਦੇ ਦਿੱਤਾ ਹੈ। ਮੇਰੇ ਜਵਾਈ ਤੇ ਪੁੱਤਰ ਨੇ ਰਲ ਕੇ ਬਣਾਈ ਜਿਹੜੀ ਇੱਕ ਕੰਪਨੀ ਸੀ ਉਹਦੇ ਵਿੱਚ ਵਰਤੀ ਗਈ ਰਕਮ ਨੂੰ ਵੀ ED ਨੇ ਮਨੀ ਲਾਂਡਰਿੰਗ ਦੇ ਵਿੱਚ ਬਦਲ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਮੇਰੇ ਖਿਲਾਫ ਕੋਈ FIR ਦਰਜ ਨਹੀਂ ਹੈ। 2015 ਵਿੱਚ ਗੁਰਦੇਵ ਸਿੰਘ
ਤੇ NDPSC FIR ਦਰਜ ਸੀ ਤੇ ਉਸ FIR ਦੇ ਆਧਾਰ ਤੇ ਮੈਨੂੰ ਡਰੱਗ ਮਾਮਲੇ ਵਿੱਚ ਘੜੀਸਿਆ ਜਾ ਰਿਹਾ ਹੈ ਤੇ ਗੁਰਦੇਵ ਸਿੰਘ ਮੇਰੇ ਹਲਕੇ ਦਾ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਸੀ। ਸੋ ਇਹ ਜਿਹੜੀ FIR ਸਿੱਧੀ ਮੇਰੇ ਤੇ ਨਹੀਂ ਹੈ। ਪਾਲ ਖਹਿਰਾ ਨੇ ਫੇਸਬੁੱਕ ਦੇ ਉੱਤੇ ED ਦੇ ਵੱਲੋਂ ਜੋ ਆਪਣੇ ਘਰ ਦੇ ਉੱਤੇ ਛਾਪੇਮਾਰੀ ਕੀਤੀ ਸੀ ਉਹਦੀ ਸਾਰੀ ਕਹਾਣੀ ਹੈ ਜਿਹੜੀ ਦੱਸੀ ਹੈ। ਫਰੀਦਕੋਟ ਤੋਂ ਫਿਰੋਜ਼ਪੁਰ ਨੂੰ ਜਾ ਰਹੀ PRTC ਬੱਸ ਸੇਮ ਨਾਲੇ ਦੇ ਵਿੱਚ ਡਿੱਗ ਪਈ ਹੈ ਤੇ 15 ਵਿਅਕਤੀ ਜ਼ਖਮੀ ਹੋ ਗਏ ਨੇ। ਬੱਸ ਟਾਇਰ ਫਟਣ ਕਾਰਨ ਗੋਲੇਵਾਲਾ ਪਿੰਡ ਨੇੜੇ ਸੇਮ ਨਾਲੇ ਵਿੱਚ ਜਾ ਡਿੱਗੀ। ਹਾਦਸੇ ਵਿੱਚ 15 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਬੱਸ ਦਾ ਟਾਇਰ ਫਟਣ ਕਾਰਨ ਬੱਸ ਬੇਕਾਬੂ ਹੋ ਗਈ ਤੇ ਪੁਲ ਤੇ ਗ੍ਰਿਲਾਂ ਨਾ ਹੋਣ ਕਰਕੇ ਬੱਸ ਨਾਲੇ ਦੇ ਵਿੱਚ ਡਿੱਗ ਪਈ। ਹਾਲਾਂਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਕ ਹੋਰ ਬਹੁਤ ਹੀ ਦਰਦਨਾਕ ਖਬਰ ਹੈ ਜਿਹੜੀ ਉਹ ਫੌਜੀਆਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਦੇਸ਼ ਦੀ ਰਾਖੀ ਕਰਦੇ ਨੇ। ਵੀਰਵਾਰ ਨੂੰ ਤੜਕੇ ਵੱਡਾ ਹਾਦਸਾ ਵਾਪਰਿਆ ਜਦੋਂ 3 ਫੌਜੀ ਜਵਾਨ ਜਿਉਂਦੇ ਸੜ ਗਏ। ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਬਠਿੰਡਾ ਨੂੰ ਆ ਰਹੇ ਰਜ਼ੀਆਸਰ ਛਤਰਗੜ੍ਹ ਸੜਕ ਦੇ ਉੱਤੇ ਇੱਕ ਜਿਪਸੀ ਵੈਨ ਪਲਟ ਗਈ ਤੇ ਪਲਟਣ ਤੋਂ ਬਾਅਦ ਜਿਪਸੀ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 5 ਜਵਾਨ ਨੇ ਜਿਹੜੇ ਉਹ ਜ਼ਖਮੀ ਵੀ ਹੋਏ ਨੇ। ਬਠਿੰਡਾ ਸਥਿਤ ਫੌਜੀ ਯੂਨਿਟ ਦੇ 8 ਫੌਜੀ ਜਵਾਨ ਸੂਰਤਗੜ੍ਹ ਤੋਂ ਜਿਪਸੀ ਵਿੱਚ ਰਵਾਨਾ ਹੋਏ ਸੀ ਤੇ ਰਾਹ ਵਿੱਚ ਇਹ ਸਾਰਾ ਹਾਦਸਾ ਵਾਪਰ ਗਿਆ। ਮੌਕੇ ਤੋਂ ਬੁਰੀ ਤਰ੍ਹਾਂ ਦੇ ਨਾਲ ਸੜੀ ਹੋਈ ਹਾਲਤ ਵਿੱਚ 3 ਲਾਸ਼ਾਂ ਬਰਾਮਦ ਹੋਈਆਂ ਨੇ। ਜ਼ਖਮੀਆਂ ਨੂੰ ਸੂਰਤਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਅੱਗ ਦੀਆਂ ਉੱਚੀਆਂ ਲਪਟਾਂ ਵੇਖ ਕੇ ਲੋਕ ਘਟਨਾ ਸਥਾਨ ਤੇ ਇਕੱਠੇ ਹੋ ਗਏ ਸੀ। 5 ਜਵਾਨਾਂ ਨੂੰ ਇਹਨਾਂ ਲੋਕਾਂ ਨੇ ਬਚਾ ਲਿਆ ਪਰ 3 ਜਵਾਨ ਉਦੋਂ ਤੱਕ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ ਵਿੱਚ ਆ ਕੇ ਸੜ ਚੁੱਕੇ ਸੀ। ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਦੇ ਵਿੱਚ ਪੈਂਦੇ ਪਿੰਡ ਚੱਠਾ ਨਨਹੇੜਾ ਦੇ ਖੇਡ ਸਟੇਡੀਅਮ ਦੇ ਵਿੱਚ 26 ਮਾਰਚ ਦੇ ਬੰਦ ਤੋਂ ਬਾਅਦ 30 ਮਾਰਚ ਨੂੰ ਮਿੱਟੀ ਦੇ ਪੁੱਤਾਂ ਦਾ ਮਹਾ ਸੰਮੇਲਨ ਕਰਵਾਇਆ ਜਾ ਰਿਹਾ ਹੈ ਤੇ ਇਸ ਮਹਾ ਸੰਮੇਲਨ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਜੇਲ੍ਹਾਂ ਵਿੱਚੋਂ ਰਿਹਾ ਹੋਏ ਕਿਸਾਨਾਂ ਤੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਤੇ ਇਸ ਮਹਾ ਸੰਮੇਲਨ ਦੇ ਵਿੱਚ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ, ਰਾਕੇਸ਼ ਟਿਕੈਤ, ਬਲਦੇਵ ਸਿੰਘ ਸਿਰਸਾ, ਅਭਿਮਨਿਊ ਕੋਹਾੜ ਤੇ ਮਨਜੀਤ ਰਾਏ ਦੁਆਬਾ ਸਮੇਤ ਭਾਈ ਹਰਦੀਪ ਸਿੰਘ ਡਿਬਡਿਬਾ ਵੀ ਖਾਸ ਤੌਰ ਤੇ ਪਹੁੰਚਣਗੇ। ਪੰਜਾਬ ਸਰਕਾਰ ਦੇ ਵੱਲੋਂ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ ਦੇ ਉੱਤੇ ਵਾਈਟ ਪੇਪਰ ਦਾ ਡਰਾਫਟ ਤਿਆਰ ਕਰ ਲਿਆ ਗਿਆ ਜਿਸ ਨੂੰ ਅੰਤਿਮ ਛੋਹ ਦਿੱਤੀ ਜਾਣ ਲੱਗੀ ਹੈ। ਇਸ ਦੀ ਜਾਣਕਾਰੀ ਮਿਲੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਸਿਸਵਾ ਫਾਰਮ ਹਾਊਸ ਤੇ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ ਤੇ ਵਾਈਟ ਪੇਪਰ ਦੇ ਡਰਾਫਟ ਤਿਆਰ ਕਰਨ ਤੇ ਮੀਟਿੰਗ ਕੀਤੀ ਜਿਸ ਵਿੱਚ 2 ਕੈਬਨਿਟ ਵਜ਼ੀਰ ਵੀ ਸ਼ਾਮਿਲ ਸਨ। ਮੁੱਖ ਮੰਤਰੀ ਦੀ ਮੀਟਿੰਗ ਵਿੱਚ ਉਦਯੋਗ ਮੰਤਰੀ ਤੇ ਸਿੱਖਿਆ ਮੰਤਰੀ ਗੈਰ ਹਾਜ਼ਰ ਰਹੇ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 17 ਜਨਵਰੀ 2020 ਨੂੰ ਬਿਜਲੀ ਸੈਕਟਰ ਉੱਤੇ ਵਾਈਟ ਪੇਪਰ ਜਾਰੀ ਕਰਨ ਦਾ ਐਲਾਨ ਕੀਤਾ ਸੀ ਪਰ 2 ਸਾਲ ਲੰਘਣ ਤੋਂ ਬਾਅਦ ਵੀ ਵਾਈਟ ਪੇਪਰ ਹਾਲੇ ਤੱਕ ਕਿਸੇ ਵੀ ਤਣ ਪੱਤਣ ਨਹੀਂ ਲੱਗਿਆ ਤੇ ਚਰਚਾ ਚੱਲ ਰਹੀ ਹੈ ਕਿ ਸਰਕਾਰ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਵਿੱਚ ਵਾਈਟ ਪੇਪਰ ਲਿਆ ਸਕਦੀ ਹੈ। ਵਾਈਟ ਪੇਪਰ ਦੀ ਇਹ ਗੱਲ ਸਾਫ਼ ਹੋਣੀ ਹੈ ਕਿ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਸਮਝੌਤੇ ਕੀ ਠੀਕ ਠਾਕ ਸਨ, ਜੇਕਰ ਠੀਕ ਨਹੀਂ ਤਾਂ ਕੌਣ ਜ਼ਿੰਮੇਵਾਰ ਸਨ। ਬਿਜਲੀ ਦੀਆਂ ਵੱਧ ਰਹੀਆਂ ਦਰਾਂ ਦੇ ਕਾਰਨ ਤੇ ਉਹਨਾਂ ਦੀ ਵਿੱਚ ਕਟੌਤੀ ਲਈ ਲਏ ਜਾਣ ਵਾਲੇ ਕਦਮਾਂ ਬਾਰੇ ਵੀ ਇਹਦੇ ਵਿੱਚ ਚਰਚਾ ਹੋਣੀ ਹੈ। ਸੋ ਵਾਈਟ ਪੇਪਰ ਬੜਾ ਅਹਿਮ ਹੋਏਗਾ। ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 2280 ਅਸਾਮੀਆਂ ਭਰਨ ਨੂੰ ਹਰੀ ਝੰਡੀ ਦੇ ਦਿੱਤੀ ਜਿਸ ਤੋਂ ਬਾਅਦ ਹੁਣ ਚੋਣ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਅਸਾਮੀਆਂ ਨੂੰ ਭਰਨ ਦੀ। 2280 ਜਿਹੜੀਆਂ ਅਸਾਮੀਆਂ ਨੇ ਉਹਨਾਂ ਦੇ ਵਿੱਚੋਂ ਜੇਲ੍ਹ ਵਿਭਾਗ ਲਈ ਵਾਰਡਨ ਤੇ ਮੈਟਰਨ ਦੀਆਂ 847, ਲੀਗਲ ਕਲਰਕਾਂ ਦੀਆਂ 199, ਸਿੱਖਿਆ ਵਿਭਾਗ ਵਿੱਚ 807, ਲਾਇਬ੍ਰੇਰੀਅਨ ਅਤੇ ਉਦਯੋਗ ਤੇ ਕਾਮਰਸ ਵਿਭਾਗ ਵਿੱਚ ਉੱਚ ਉਦਯੋਗਿਕ ਉੱਨਤੀ ਅਫਸਰਾਂ ਦੀਆਂ 56 ਅਸਾਮੀਆਂ, ਬਲਾਕ ਪੱਧਰ ਪ੍ਰਸਾਰ ਅਫਸਰ ਦੀਆਂ 61, ਆਬਕਾਰੀ ਤੇ ਕਰ ਨਿਰੀਖਕ ਦੀਆਂ 51, ਪੰਜਾਬ ਵੇਅਰ ਹਾਊਸਿੰਗ ਤੇ ਤਕਨੀਕੀ ਸਹਾਇਕ ਦੀਆਂ 120, ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰ ਦੀਆਂ 112 ਤੇ ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਹੈ ਜਿਹੜੀ ਉਹ ਕੀਤੀ ਜਾਵੇਗੀ। ਸੋ ਤੁਸੀਂ ਜਿਹੜੀ ਪੰਜਾਬ ਸਰਕਾਰ ਦੀ ਸੰਬੰਧਿਤ ਵੈਬਸਾਈਟ ਹੈ ਉਸ ਦਾ ਧਿਆਨ ਜ਼ਰੂਰ ਰੱਖਿਓ। ਅਖਬਾਰਾਂ ਦੇ ਵਿੱਚ ਵੀ ਇਹਨਾਂ ਅਸਾਮੀਆਂ ਦੇ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਖਿਲਾਫ ਗੈਂਗਸਟਰ ਗੁੱਡੂ ਦੇ ਪਰਿਵਾਰ ਨੇ ਗੰਭੀਰ ਦੋਸ਼ ਲਾਏ ਨੇ। ਗੁੱਡੂ ਦੇ ਪਰਿਵਾਰ ਨੇ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਮੁਸਤਫਾ ਜਾਂਚ ਕਮੇਟੀ ਨੂੰ ਪ੍ਰਭਾਵਿਤ ਕਰ ਰਹੇ ਸੀ ਤੇ ਇਹ ਜਾਂਚ ਕਮੇਟੀ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਸੀ। ਪਰਿਵਾਰ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਬੁਲੇਟਿਨ ਦੇ ਵਿੱਚ ਪੂਰੇ ਭਾਰਤ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਗੱਲ ਕਰਾਂਗੇ ਜਿਸ ਦੀਆਂ ਸ਼ਕਤੀਆਂ ਘਟਾਉਣ ਵਾਲਾ ਬਿੱਲ ਆਖਿਰਕਾਰ ਕੇਂਦਰ ਸਰਕਾਰ ਨੇ ਪਾਸ ਕਰ ਦਿੱਤਾ ਹੈ। ਲੋਕ ਸਭਾ ਦੇ ਵਿੱਚ ਕੁਝ ਦਿਨ ਪਹਿਲਾਂ ਇਹ ਬਿੱਲ ਪਾਸ ਹੋ ਗਿਆ ਸੀ ਤੇ ਰਾਜ ਸਭਾ ਦੇ ਵਿੱਚ ਵੀ ਦਿੱਲੀ ਕੌਮੀ ਰਾਜਧਾਨੀ ਖੇਤਰ ਸਰਕਾਰ ਸੋਧ ਬਿੱਲ 2021 ਪਾਸ ਹੋ ਗਿਆ।
ਇਸ ਬਿੱਲ ਦੇ ਪਾਸ ਹੋਣ ਨਾਲ ਹੁਣ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਸਰਕਾਰ ਦੇ ਵਿੱਚ ਵੱਧ ਸ਼ਕਤੀਆਂ ਮਿਲਣਗੀਆਂ। ਇਸ ਬਿੱਲ ਨਾਲ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਚੁਣੀ ਹੋਈ ਸਰਕਾਰ ਦੇ ਮੁਕਾਬਲੇ ਵੱਧ ਤਾਕਤਾਂ ਹਾਸਲ ਹੋ ਜਾਣਗੀਆਂ। ਇਸ ਦੌਰਾਨ ਸਦਨ ਦੇ ਵਿੱਚ ਭਾਰੀ ਹੰਗਾਮਾ ਵੀ ਹੋਇਆ। ਵਿਰੋਧੀ ਧਿਰ ਦੇ ਵੱਲੋਂ ਕਾਫੀ ਸ਼ੋਰ ਸ਼ਰਾਬਾ ਕੀਤਾ ਗਿਆ। ਬੀਜੇਪੀ, ਸਪਾ, ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਸਦਨ ਦੇ ਵਿੱਚ ਵਾਕਆਊਟ ਕਰ ਗਏ ਤੇ 22 ਮਾਰਚ ਨੂੰ ਇਹ ਬਿੱਲ ਲੋਕ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀ। ਇਸ ਬਿੱਲ ਨੂੰ ਜ਼ੁਬਾਨੀ ਵੋਟਾਂ ਰਾਹੀਂ ਪਾਸ ਕੀਤਾ ਗਿਆ। ਵਿਰੋਧੀ ਧਿਰ ਨੇ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਸੀ, ਪਰ ਵੋਟਿੰਗ ਨਹੀਂ ਕਰਵਾਈ ਗਈ, ਬਲਕਿ ਜ਼ੁਬਾਨੀ ਵੋਟਿੰਗ ਦੇ ਆਧਾਰ ਦੇ ਉੱਤੇ ਹੀ ਬਿੱਲ ਪਾਸ ਕੀਤਾ ਗਿਆ। ਹੁਣ ਤੱਕ ਇਸ ਕਾਰਜਕਾਲ ਦੇ ਵਿੱਚ ਮੋਦੀ ਸਰਕਾਰ ਦੇ ਨਾਮ ਅਜਿਹੇ ਕਈ ਬਿੱਲ ਜਾਂਦੇ ਨੇ ਜਿਹੜੇ ਉਹਨਾਂ ਨੇ ਜ਼ੁਬਾਨੀ ਵੋਟਿੰਗ ਦੇ ਆਧਾਰ ਤੇ ਹੀ ਪਾਸ ਕਰ ਦਿੱਤੇ। ਹੁਣੇ ਜਿਹੜੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਚੱਲ ਰਿਹਾ ਕੇਂਦਰ ਸਰਕਾਰ ਦਾ, ਇਹ ਬਿੱਲ ਵੀ ਬਿਨਾਂ ਵੋਟਿੰਗ ਤੋਂ ਯਾਨੀ ਕਿ ਜ਼ੁਬਾਨੀ ਵੋਟਿੰਗ ਦੇ ਨਾਲ ਹੀ ਪਾਸ ਕਰ ਦਿੱਤੇ ਗਏ ਸੀ ਵਿਰੋਧੀ ਧਿਰਾਂ ਦੇ ਵਿਰੋਧ ਦੇ ਬਾਵਜੂਦ। ਇਸ ਦੌਰਾਨ 83 ਮੈਂਬਰਾਂ ਨੇ ਬਿੱਲ ਦੇ ਪੱਖ ਵਿੱਚ ਜਦਕਿ 45 ਮੈਂਬਰਾਂ ਨੇ ਬਿੱਲ ਦੇ ਖਿਲਾਫ ਵੋਟਾਂ ਪਾਈਆਂ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਐਨ ਡੀ ਗੁਪਤਾ ਨੇ ਬਿੱਲ ਦੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਲੋਕਤੰਤਰ ਲਈ ਇੱਕ ਦੁਖਦਾਈ ਦਿਨ ਹੈ ਤੇ ਲੋਕਾਂ ਦੇ ਵਿੱਚ ਤਾਕਤ ਵਾਪਸ ਲਿਆਉਣ ਲਈ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਰਾਜ ਸਭਾ ਨੇ GNCTD ਸੋਧ ਬਿੱਲ ਪਾਸ ਕਰ ਦਿੱਤਾ ਹੈ। ਲੋਕਤੰਤਰ ਲਈ ਦੁਖਦਾਈ ਦਿਨ ਹੈ। ਸ਼ਕਤੀ ਲੋਕਾਂ ਤੱਕ ਦੁਬਾਰਾ ਲਿਆਉਣ ਲਈ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਕੋਈ ਵੀ ਰੁਕਾਵਟਾਂ ਆਉਣ, ਅਸੀਂ ਚੰਗੇ ਕੰਮ ਕਰਦੇ ਰਹਾਂਗੇ। ਕੰਮ ਨਾ ਤਾਂ ਰੁਕੇਗਾ, ਨਾ ਹੀ ਹੌਲਾ ਹੋਵੇਗਾ। ਦਰਅਸਲ ਇਸ ਬਿੱਲ ਦੇ ਮੁਤਾਬਿਕ ਕਿਸੇ ਵੀ ਕਾਰਜਕਾਰੀ ਫੈਸਲੇ ਤੋਂ ਪਹਿਲਾਂ ਦਿੱਲੀ ਦੀ ਜਿਹੜੀ ਵੀ ਸਰਕਾਰ ਬਣੇਗੀ ਉਸ ਨੂੰ ਉਪ ਰਾਜਪਾਲ ਤੋਂ ਸਲਾਹ ਲੈਣੀ ਪਵੇਗੀ ਤੇ ਉਪ ਰਾਜਪਾਲ ਦੀ ਨਿਯੁਕਤੀ ਕੇਂਦਰ ਸਰਕਾਰ ਕਰਦਾ ਹੈ। ਇਸ ਬਿੱਲ ਵਿੱਚ ਇਹ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦਿੱਲੀ ਸਰਕਾਰ ਦਾ ਮਤਲਬ ਉਪ ਰਾਜਪਾਲ ਹੈ, ਯਾਨੀ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਪ ਰਾਜਪਾਲ ਕੋਲ ਮੁੱਖ ਮੰਤਰੀ ਤੋਂ ਵੀ ਵੱਧ ਤਾਕਤਾਂ ਨੇ। ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਵੀ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਕੇਂਦਰ ਦੀ ਮੋਦੀ ਸਰਕਾਰ ਦਾ ਸਾਥ ਨਾ ਦੇਣ ਕਰਕੇ ਹੁਣ ਮੋਦੀ ਸਰਕਾਰ ਦਿੱਲੀ ਦੀ ਸਰਕਾਰ ਨੂੰ ਇੱਕ ਗੂੰਗੀ ਬੋਲੀ ਸਰਕਾਰ ਬਣਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਤੇ ਇਸੇ ਕਰਕੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਹੈ। ਲੋਕ ਸਭਾ ਨੇ ਕਿਸ਼ੋਰਾਂ ਲਈ ਨਿਆਂ ਯਾਨੀ ਕਿ ਬੱਚਿਆਂ ਦੀ ਸੰਭਾਲ ਤੇ ਸੁਰੱਖਿਆ ਐਕਟ 2015 ਦੇ ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਿਸ਼ੋਰਾਂ ਲਈ ਨਿਆਂ ਸੋਧ ਬਿੱਲ 2021 ਵਿੱਚ ਬੱਚਿਆਂ ਦੀ ਸੁਰੱਖਿਆ, ਉਹਨਾਂ ਨੂੰ ਗੋਦ ਲੈਣ ਸੰਬੰਧੀ ਨਿਯਮਾਂ ਨੂੰ ਮਜ਼ਬੂਤ ਕਰਨ ਸੰਬੰਧੀ ਸੋਧਾਂ ਕੀਤੀਆਂ ਗਈਆਂ ਨੇ। ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਬਿੱਲ ਪੇਸ਼ ਕਰਦਿਆਂ ਕਿਹਾ ਕਿ ਇਸ ਦੇ ਨਾਲ ਬਾਲ ਅਧਿਕਾਰ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਵੱਲੋਂ ਚੁੱਕੇ ਜਾਂਦੇ ਮੁੱਦਿਆਂ ਦੇ ਹੱਲ ਵਿੱਚ ਮਦਦ ਮਿਲੇਗੀ। ਸੁਪਰੀਮ ਕੋਰਟ ਨੇ ਥਲ ਸੈਨਾ ਨੂੰ 1 ਮਹੀਨੇ ਦੇ ਅੰਦਰ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਅਤੇ ਨਿਰਧਾਰਿਤ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ 2 ਮਹੀਨਿਆਂ ਦੇ ਅੰਦਰ ਯੋਗ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਹੁਕਮ ਦਿੱਤੇ ਨੇ। ਹੁਕਮ ਕੀਤਾ ਗਿਆ ਕਿ 60% ਗ੍ਰੇਡ ਪੂਰਾ ਕਰਨ ਵਾਲੀਆਂ ਸਾਰੀਆਂ ਮਹਿਲਾ ਅਧਿਕਾਰੀ ਜੇ ਡਾਕਟਰੀ ਮਾਪਦੰਡਾਂ ਤੇ ਖਰਾ ਉਤਰਦੀਆਂ ਨੇ ਤਾਂ ਉਹ ਸਥਾਈ ਕਮਿਸ਼ਨ ਦੀਆਂ ਹੱਕਦਾਰ ਹੋਣਗੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਥਲ ਸੈਨਾ ਦੇ ਵਿੱਚ ਸਥਾਈ ਕਮਿਸ਼ਨ ਦੇਣ ਲਈ SSC ਮਹਿਲਾ ਅਧਿਕਾਰੀਆਂ ਦਾ ACR ਮੁਲਾਂਕਣ ਪੱਖਪਾਤੀ ਹੈ। ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਲਈ ACR ਮੁਲਾਂਕਣ ਮਾਪਦੰਡ ਦੇ ਵਿੱਚ ਉਹਨਾਂ ਵੱਲੋਂ ਭਾਰਤੀ ਫੌਜ ਵਿੱਚ ਕੀਤੀਆਂ ਗਈਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੀ ਦੁਨੀਆ ਦੀਆਂ। ਮਿਆਂਮਾਰ ਤੋਂ ਖਬਰ ਹੈ ਜਿੱਥੇ ਮੁਜ਼ਾਹਰਿਆਂ ਦੌਰਾਨ ਗ੍ਰਿਫਤਾਰ ਸੈਂਕੜੇ ਲੋਕਾਂ ਨੂੰ ਫੌਜ ਨੇ ਰਿਹਾ ਕਰ ਦਿੱਤਾ ਹੈ ਤਾਂ ਕਿ ਅੰਦੋਲਨ ਨੂੰ ਸ਼ਾਂਤ ਕੀਤਾ ਜਾ ਸਕੇ। ਯੰਗੋਨ ਦੇ ਵਿੱਚ ਜੇਲ੍ਹ ਦੇ ਬਾਹਰ ਮੁਜ਼ਾਹਰਾਕਾਰੀਆਂ ਨਾਲ ਭਰੀਆਂ ਬੱਸਾਂ ਦਿਖਾਈ ਦਿੱਤੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਲੋਕ ਸਨ ਜੋ ਖੁਸ਼ ਦਿਖਾਈ ਦੇ ਰਹੇ ਸਨ। ਇਹਨਾਂ ਵਿੱਚੋਂ ਕਈਆਂ ਨੇ 3 ਉਂਗਲਾਂ ਖੜੇ ਕਰਨ ਵਾਲਾ ਚਿੰਨ੍ਹ ਵੀ ਬਣਾਇਆ ਜੋ ਫੌਜੀ ਸ਼ਾਸਨ ਖਿਲਾਫ ਮਿਆਂਮਾਰ ਦੇ ਵਿੱਚ ਗੁੱਸੇ ਦਾ ਪ੍ਰਤੀਕ ਬਣ ਗਿਆ। ਸਰਕਾਰੀ ਟੀਵੀ ਦੇ ਮੁਤਾਬਿਕ 628 ਮੁਜ਼ਾਹਰਾਕਾਰੀਆਂ ਨੂੰ ਫੌਜੀ ਸ਼ਾਸਨ ਨੇ ਰਿਹਾ ਕਰ ਦਿੱਤਾ ਹੈ। ਇਹਨਾਂ ਦੇ ਵਿੱਚ ਸੈਂਕੜੇ ਹੀ ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਫਰਵਰੀ ਮਹੀਨੇ ਦੌਰਾਨ ਹੋਏ ਫੌਜੀ ਤਖਤਾ ਪਲਟ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਤਖਤਾ ਪਲਟਣ ਕਾਰਨ ਆਂਗ ਸਾਨ ਸੂਕੀ ਦੀ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਦੇਸ਼ ਦੇ ਵਿੱਚ ਫੌਜ ਨੇ ਆਪਣਾ ਰਾਜ ਕਾਇਮ ਕਰ ਲਿਆ। ਮਿਆਂਮਾਰ ਦੇ ਵਿੱਚ ਹੀ ਇੱਕ ਹੋਰ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 7 ਸਾਲ ਦੀ ਬੱਚੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੋ ਕਿ ਪਿਛਲੇ ਮਹੀਨੇ ਫੌਜ ਵੱਲੋਂ ਤਖਤਾ ਪਲਟ ਕੀਤੇ ਜਾਣ ਦੀ ਕਾਰਵਾਈ ਦੌਰਾਨ ਸਭ ਤੋਂ ਘੱਟ ਉਮਰ ਦੀ ਪੀੜਤ ਹੈ। ਖਿਨਮਿਓ ਚਿਤ ਦੇ ਪਰਿਵਾਰ ਨੇ ਦੱਸਿਆ ਕਿ ਮੈਂਡੇਲੇ ਵਿੱਚ ਉਹਨਾਂ ਦੇ ਘਰ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਜਦੋਂ ਬੱਚੀ ਆਪਣੇ ਪਿਤਾ ਵੱਲ ਭੱਜ ਕੇ ਜਾਣ ਲੱਗੀ ਤਾਂ ਪੁਲਿਸ ਨੇ ਉਸ ਨੂੰ ਗੋਲੀ ਹੀ ਮਾਰ ਦਿੱਤੀ। ਮਿਆਂਮਾਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਲਗਾਤਾਰ ਜਾਰੀ ਨੇ ਤੇ ਫੌਜ ਵੀ ਆਪਣੀ ਤਾਕਤ ਦੀ ਵਰਤੋਂ 'ਚ ਲਗਾਤਾਰ ਵਾਧਾ ਕਰ ਰਹੀ ਹੈ ਤੇ ਲੋਕਾਂ ਤੇ ਜ਼ੁਲਮ ਕਰ ਰਹੀ ਹੈ। ਸਪੈਸ਼ਲ ਨਿਊਜ਼ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।